तो ये तस्वीर लगातार असं तुहानूं दिखा रहे हैं। हरसिमरत कौर बादल इस समय तुहानूं दस दिए उन्होंने काफिला जीरकपुर दे विच एंटर हो चुका है। जीरकपुर दे विच एंटर हो चुका है। कुछ ही पलों दे विच जो इस समय उम्मीद की जा रही है 5 तो 10 मिनट दे विच उन्होंने काफिला उस बैरीकेड तक भी पहुंच जाएगा जिथे पूरी बैरीकेडिंग की गई है। जीरकपुर शहर दे विच एंटर हो चुके नहीं तो इस बैरीकेड तो अगे नहीं जान दिता जाएगा। ये बहुत क्लीयर किया गया पहला ही। तुहानूं दस दिए कि चंडीगढ़ प्रशासन के वलों कि बैरीकेड तो अगे हरसिमरत कौर बादल या अकाली लीडर या वर्कर अगे जा पाएंगे या नहीं, साडी नज़र इस दे उत्ते खास तौर पर बनी हुई है। तो तुहानूं दस दिए कि इस समय वड्डी खबर कि अकाली लीडर अगे वध रहे हैं कि कुछ ही पलों के बैरीकेड तक भी पहुंच जाएंगे। इस पॉइंट तो अगे जो बैरीकेड किए गए हैं उस पॉइंट तो अगे चंडीगढ़ स्टार्ट हो जाता है। पूरे बॉर्डर के उत्ते पंजाब चंडीगढ़ का पूरा बॉर्डर है, जीरकपुर चंडीगढ़ बॉर्डर जिसको कहा जाता है। उत्थे जी बैरीकेडिंग की गई। रुक करते हैं नपिंदर का। नपिंदर हरसिमरत कौर बादल के काफिले के नाल नाल इस समय है। नपिंदर की कुछ तुहाडे कोल अपडेट है, कित्थे पहुंचे पूरा काफिला? नपिंदर देखो बिल्कुल जीरकपुर काफिला पहुंच चुके हैं। पिछे तो एक बार काफिले दी तस्वीरें दिखा दिए। जीरकपुर एंटर कर चुके हैं, यानी बस 1-2 मिनटों तक बिल्कुल जो बैरीकेड लाया गया उत्थे पहुंच जाएगा काफिला। ज़्यादा तो ज़्यादा 4-5 मिनट जोड़े लगनगे। काफिला इतने 1-2 मिनटों जोड़ा है रोकया गया और बिल्कुल जीरकपुर के अंदर एंटर कर चुके हैं। और इस तो बाद अगे अकाली दल के जोड़े लीडर ने या वर्कर ने वो किस तरह रणनीति बना के रखने। साडे नाल मनतार बराड़ ने, साबका विधायक ने, साबका पार्लीमानी सकत्तर ने कोटकपुरा तो। बराड़ साहब किस तरह के हालात देखते हो कि अगे चंडीगढ़ पुलिस कहती है अगे तो दाखिल हो नहीं देना, जमा बैरीयर के नेड़े तुसीं पहुँच गए हो, हुण अगे जाके फिर उत्थे बैठ जाओगे या फिर चंडीगढ़ जाने की जिद हो? असीं तां करो जां मरो वाली गल दे उत्ते आए हुए हैं। असीं करन जां मरन वास्ते आए हुए हैं ते जो भी कुछ जिहड़ा कुछ सानूं उत्थे करना पिया असीं करांगे। ते पर लगातार ਜਿਹੜੇ ਵਿਰੋਧੀ ਧਿਰਾਂ ਨੇ ਕੈਪਟਨ ਅਮਰਿੰਦਰ ਸਿੰਘ ਜਿਹੜੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਨੇ ਉਹ ਕਹਿੰਦੇ ਨੇ ਕਿ ਪ੍ਰੋਟੈਸਟ ਕਰਨ ਦਾ ਕਹਿੰਦੇ ਕੋਈ ਹੱਲ ਨਹੀਂ ਹੁੰਦਾ, ਕਹਿੰਦੇ ਕਾਨੂੰਨੀ ਰਸਤਾ ਅਪਣਾਉਣਾ ਚਾਹੀਦਾ। ਵੇਖੋ ਕਾਨੂੰਨੀ ਰਸਤਾ ਵੀ ਅਪਣਾਉਣਾ ਚਾਹੀਦਾ ਤੇ ਪ੍ਰੋਟੈਸਟ ਵੀ ਹੱਲ ਹੁੰਦੇ ਆ ਬਹੁਤੇ ਮਸਲਿਆਂ ਦੇ ਵਿੱਚ। ਤੇ ਪ੍ਰੋਟੈਸਟਾਂ ਦੇ ਨਾਲ ਹੀ ਜਿਹੜੇ ਹੱਲ ਜਿਹੜੇ ਆ ਨਿਕਲੇ ਆ। ਜੇ ਆਪਾਂ ਪੁਰਾਣਾ ਇਤਿਹਾਸ ਵੇਖ ਲਈਏ ਤਾਂ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਰਿਹਾ ਜੀ, ਸੰਘਰਸ਼ ਅਕਾਲੀ ਦਲ ਕਰਦਾ ਰਿਹਾ। ਤਾਂ ਇਹ ਕਿਸਾਨੀ ਦੀ ਲੜਾਈ ਲੱਗਦਾ ਕਿ ਅਕਾਲੀ ਦਲ ਕਿਉਂਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਭਾਈਵਾਲੀ ਸਰਕਾਰ ਛੱਡ ਕੇ ਆਇਆ ਅਕਾਲੀ ਦਲ, ਤਾਂ ਲੱਗਦਾ ਕਿ ਇਸ ਲੜਾਈ ਦੇ ਵਿੱਚ ਜਿੱਤ ਮਿਲੇਗੀ ਕਿਉਂਕਿ ਕੇਂਦਰ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਜਿਹੜਾ ਅਕਾਲੀ ਦਲ ਨੂੰ ਗੱਠਜੋੜ ਤੋੜਨਾ ਪਿਆ। ਦੇਖੋ ਅਕਾਲੀ ਦਲ ਨੇ ਪੰਜਾਬੀ ਸੂਬੇ ਦਾ ਮੋਰਚਾ ਜਿੱਤਿਆ, ਐਮਰਜੈਂਸੀ ਦੀ ਲੜਾਈ ਜਿੱਤੀ ਔਰ ਨਾਲ ਤੁਸੀਂ ਦੇਖਿਆ ਕਿ ਜੋ ਨਹਿਰ ਦਾ ਮੋਰਚਾ ਲੱਗਾ ਵਾ ਸੀਗਾ ਜੋ SYL ਦਾ ਸੀਗਾ ਉਹਦੇ ਵਿੱਚ ਵੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ, ਨਹਿਰ ਬੰਦ ਕਰਾਈ। ਔਰ ਇਹਦੇ ਵਿੱਚ ਵੀ ਅਕਾਲੀ ਦਲ ਦਾ ਜਿਹੜਾ ਸੰਘਰਸ਼ ਦੇ ਵਿੱਚੋਂ ਨਿਕਲੀ ਵੀ ਪਾਰਟੀ ਹੈ, ਇਹਦੇ ਵਿੱਚ ਵੀ ਮੈਨੂੰ 100% ਉਮੀਦ ਹੈ ਕਿ ਅਕਾਲੀ ਦਲ ਸਫਲਤਾ ਹਾਸਲ ਕਰੇਗਾ। ਤਾਂ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਪੂਰੀ ਉਮੀਦ ਹੈ ਕਿ ਇਹ ਸੰਘਰਸ਼ ਜਿਹੜਾ ਜਿੱਤੇਗਾ ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਦਾ ਮੋਰਚਾ ਦਾ ਇਤਿਹਾਸ ਰਿਹਾ ਪੰਜਾਬ ਦੇ ਲਈ। ਕਈ ਮਸਲਿਆਂ ਤੇ ਅਕਾਲੀ ਦਲ ਪਹਿਲਾਂ ਵੀ ਸੰਘਰਸ਼ ਕਰਦਾ ਰਿਹਾ, ਕਈ ਤਰ੍ਹਾਂ ਦੇ ਮੋਰਚੇ ਅਕਾਲੀ ਦਲ ਨੇ ਲਾਏ ਨੇ ਔਰ ਹੁਣ ਫਿਰ ਤੋਂ ਜਿਹੜਾ ਕਿਸਾਨੀ ਦਾ ਮੋਰਚਾ ਉਹ ਲਾਇਆ ਅਕਾਲੀ ਦਲ ਨੇ। ਅੱਜ ਇਸ ਦੀ ਕਹਿ ਸਕਦੇ ਹਾਂ ਕਿ ਇੱਕ ਵੱਡੀ ਸ਼ੁਰੂਆਤ ਹੈ। ਅੱਜ ਦੀ ਸ਼ੁਰੂਆਤ ਤੋਂ ਬਾਅਦ ਹਾਲਾਂਕਿ ਇੱਕ ਸਿਗਨਲ ਦੇਣ ਦੀ ਗੱਲ ਕਰ ਰਿਹਾ ਅਕਾਲੀ ਦਲ ਕਿ ਅੱਜ ਇੱਕ ਸਿਗਨਲ ਦਿੱਤਾ ਹੈ ਕੇਂਦਰ ਨੂੰ। ਇਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਕਦਮ ਉਹ ਸਿੱਧਾ ਦਿੱਲੀ ਵੱਲ ਨੂੰ ਹੈ। ਕਹਿੰਦੇ ਨੇ ਕਿ ਦਿੱਲੀ ਕੂਚ ਕਰਾਂਗੇ, ਦਿੱਲੀ ਜਾ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਊਗਾ, ਦਬਾਅ ਬਣਾਉਣ ਦੀ ਕੋਸ਼ਿਸ਼ ਹੋਏਗੀ ਕਿਉਂਕਿ ਸਾਫ਼ ਐਲਾਨ ਅਕਾਲੀ ਦਲ ਕਰ ਚੁੱਕਿਆ ਹੈ ਕਿ ਇਹਨਾਂ ਕੇਂਦਰੀ ਖੇਤੀ ਕਾਨੂੰਨ ਨੂੰ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਨਹੀਂ ਮਨਜ਼ੂਰ ਕੀਤਾ ਜਾਵੇਗਾ। ਇਸ ਤਰ੍ਹਾਂ ਦਾ ਐਲਾਨ ਅਕਾਲੀ ਦਲ ਕਰਦਾ। ਪਰ ਬੀਜੇਪੀ ਦੂਜੇ ਪਾਸੇ ਲਗਾਤਾਰ ਦਾਅਵੇ ਕਰ ਰਹੀ ਹੈ। ਬੀਜੇਪੀ ਕਹਿੰਦੀ ਹੈ ਕਿ ਕਿਸਾਨ ਹਿਤੈਸ਼ੀ ਕਿਸਾਨਾਂ ਦੇ ਹੱਕ ਦੇ ਵਿੱਚ ਕਹਿੰਦੇ ਨੇ ਕਿ ਇਹ ਕਾਨੂੰਨ ਬਣਾਏ ਗਏ ਨੇ, ਪਰ ਨਾ ਤਾਂ ਪੰਜਾਬ ਦਾ ਕਿਸਾਨ ਇਸ ਕਾਨੂੰਨ ਦੇ ਹੱਕ ਦੇ ਵਿੱਚ ਹੈ, ਨਾ ਤਾਂ ਪੰਜਾਬ ਦਾ ਕਿਸਾਨ ਇਸ ਕਾਨੂੰਨ ਨੂੰ ਮੰਨ ਰਿਹਾ ਤੇ ਨਾ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਸੋ ਹੈ ਬੀਜੇਪੀ ਦੇ। ਹਾਲਾਂਕਿ ਪੰਜਾਬ ਬੀਜੇਪੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਸਮਝਾਇਆ ਜਾਵੇ, ਕਿਵੇਂ ਉਹਨਾਂ ਦੇ ਨਾਲ ਤਾਲਮੇਲ ਕੀਤਾ ਜਾਵੇ। ਪਰ ਅਕਾਲੀ ਦਲ ਸਾਫ਼ ਕਰ ਚੁੱਕਿਆ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਇਸ ਪ੍ਰੋਟੈਸਟ ਨੂੰ ਉਨੀ ਦੇਰ ਤੱਕ ਜਾਰੀ ਰੱਖਿਆ ਜਾਵੇਗਾ, ਇਸ ਸੰਘਰਸ਼ ਨੂੰ ਉਨੀ ਦੇਰ ਤੱਕ ਜਾਰੀ ਰੱਖਿਆ ਜਾਵੇਗਾ ਜਿੰਨੀ ਦੇਰ ਤੱਕ ਦਿੱਲੀ ਸਰਕਾਰ ਪਿੱਛੇ ਨਹੀਂ ਹਟਦੀ, ਜਿੰਨੀ ਦੇਰ ਤੱਕ ਦਿੱਲੀ ਸਰਕਾਰ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਉਨੀ ਦੇਰ ਤੱਕ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ। ਬਸ ਕੁਝ ਮਿੰਟਾਂ ਦੇ ਵਿੱਚ ਜਿਹੜਾ ਹੈਗਾ ਇਹ ਕਾਫਲਾ ਤਲਵੰਡੀ ਸਾਬੋ ਤੋਂ ਚੱਲਿਆ ਹੋਇਆ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਚੱਲਿਆ ਹੋਇਆ ਇਹ ਕਾਫਲਾ ਕੁਝ ਮਿੰਟਾਂ ਦੇ ਵਿੱਚ ਜ਼ੀਰਕਪੁਰ ਨੂੰ ਕ੍ਰਾਸ ਕਰਦਾ ਚੰਡੀਗੜ੍ਹ ਬੈਰੀਅਰ ਨੂੰ ਟੱਚ ਕਰੇਗਾ। ਹਰਸਿਮਰਤ ਕੌਰ ਬਾਦਲ ਤੁਹਾਨੂੰ ਇੱਕ ਵਾਰੀ ਫਿਰ ਤੋਂ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਇੱਥੋਂ ਇੱਕ ਵਾਰੀ ਫਿਰ ਤੋਂ ਕਾਫਲਾ ਜਿਹੜਾ ਹੈਗਾ ਰਵਾਨਾ ਹੋਣ ਲੱਗਾ। ਹਰਸਿਮਰਤ ਕੌਰ ਬਾਦਲ ਇਸ ਦੀ ਅਗਵਾਈ ਕਰ ਰਹੇ ਨੇ, ਤਸਵੀਰਾਂ ਤੁਹਾਡੇ ਸਾਹਮਣੇ ਨੇ। ਔਰ ਅਕਾਲੀ ਦਲ ਦੇ ਹੋਰ ਸੀਨੀਅਰ ਲੀਡਰਸ਼ਿਪ ਚਾਹੇ ਸਿਕੰਦਰ ਸਿੰਘ ਮਲੂਕਾ ਹੋਣ, ਬਲਵਿੰਦਰ ਸਿੰਘ ਭੁੰਦੜ ਹੋਣ, ਚਾਹੇ ਜਰਮੇਜਰ ਸਿੰਘ ਸੇਖੋਂ ਹੋਣ, ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹ ਇਸ ਜਿਹੜਾ ਕਾਫਲੇ ਦਾ ਹਿੱਸਾ ਨੇ। ਮਨਤਾਰ ਸਿੰਘ ਬਰਾੜ ਨੇ, ਰੋਜੀ ਬਰਕੰਦੀ ਨੇ, ਯੂਥ ਪ੍ਰਧਾਨ ਨੇ, ਬੰਟੀ ਰਮਾਣਾ। ਤਾਂ ਇਹ ਪੂਰਾ ਕਾਫਲਾ ਪਿੱਛੇ ਗੱਡੀਆਂ ਦਾ ਲੰਮਾ ਕਾਫਲਾ ਤਾਂ ਸਾਫ਼ ਤੌਰ ਤੇ ਐਲਾਨ ਕੀਤਾ ਗਿਆ ਹੈ ਕਿ ਅੱਜ ਚਾਹੇ ਚੰਡੀਗੜ੍ਹ ਪੁਲਿਸ ਰੋਕੇ ਜਾਂ ਟੋਕੇ, ਚਾਹੇ ਕੁਝ ਵੀ ਹੋ ਜਾਵੇ,
ਚੰਡੀਗੜ੍ਹ ਜਾਣ ਦਾ ਜਿਹੜਾ ਟੀਚਾ ਉਹ ਪੂਰਾ ਕਰੇਗਾ ਅਕਾਲੀ ਦਲ ਤੇ ਇੱਕ ਅਲਾਰਮ ਜਿਹੜਾ ਵਜਾਏਗਾ, ਯਾਨੀ ਜੀ। ਕਿ ਇਸ ਤੋਂ ਬਾਅਦ ਅਗਲਾ ਕਦਮ ਦਿੱਲੀ ਹੋਏਗਾ। ਗੌਰਵ, ਠੀਕ ਹੈ ਨਪਿੰਦਰ, ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਕਿ ਇਸ ਸਮੇਂ ਕੀ ਮਾਹੌਲ ਹੈ, ਆਲੇ ਦੁਆਲੇ ਕਿੰਨੇ ਕਾਫਿਲਾ ਕਿੱਥੇ ਪਹੁੰਚ ਰਿਹਾ ਹੈ। ਜ਼ੀਰਕਪੁਰ ਦਾ ਉਹ ਪੂਰਾ ਇਲਾਕਾ ਪੂਰੇ ਸ਼ਹਿਰ ਨੂੰ ਕ੍ਰਾਸ ਕਰਕੇ ਅੱਗੇ ਵਧਣਾ ਹੋਏਗਾ ਤੇ ਦੂਜੇ ਪਾਸੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਵੀ ਜੁੜ ਰਹੇ ਨੇ। ਬੈਰੀਕੇਡ ਦੀਆਂ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬੈਰੀਕੇਡ ਦੇ ਦੂਸਰੇ ਵਾਲੇ ਪਾਸੇ ਜਿੱਥੇ ਨਪਿੰਦਰ ਨੇ ਕਾਫਿਲਾ ਅੱਗੇ ਵਧ ਰਿਹਾ ਹੈ ਤੇ ਬੈਰੀਕੇਡ ਦੇ ਇਸ ਵਾਲੇ ਪਾਸੇ ਜਿੱਥੇ ਪੁਲਿਸ ਫੋਰਸ ਤੈਨਾਤ ਹੈ ਉੱਥੇ ਮਨੋਜ ਰਾਠੀ ਸਾਡੇ ਸਹਿਯੋਗੀ ਸਾਡੀ ਟੀਮ ਉੱਥੇ ਮੌਜੂਦ ਹੈ। ਮੈਂ ਮਨੋਜ ਦਾ ਰੁਖ ਕਰਦਾ। ਮਨੋਜ, ਕੀ ਕੁਝ ਇਸ ਸਮੇਂ ਹਲਚਲ ਤੁਹਾਨੂੰ ਨਜ਼ਰ ਆ ਰਹੀ ਹੈ? ਕੀ ਤੁਹਾਨੂੰ ਬੈਰੀਕੇਡ ਦੇ ਪਰਲੇ ਪਾਸੇ ਹਰਸਿਮਰਤ ਕੌਰ ਬਾਦਲ ਦਾ ਕਾਫਲਾ ਦਿਖਾਈ ਦੇਣਾ ਸ਼ੁਰੂ ਕੀਤਾ ਜਾਂ ਅਜੇ ਥੋੜਾ ਹੋਰ ਦੂਰ ਹੈ? ਮਨੋਜ, ਬਿਲਕੁਲ ਗੌਰਵ, ਹਰਸਿਮਰਤ ਕੌਰ ਬਾਦਲ ਦਾ ਜਿਹੜਾ ਕਾਫਲਾ, ਜਿਹੜਾ ਮੇਰੇ ਸਹਿਯੋਗੀ ਨਪਿੰਦਰ ਬਰਾੜ ਨੇ ਵੀ ਦੱਸਿਆ ਕਿ ਹੁਣ ਕਾਫਲਾ ਕੁਝ ਹੀ ਮਿੰਟਾਂ 'ਚ, ਤੁਹਾਨੂੰ ਕੋਸ਼ਿਸ਼ ਕਰਾਂਗਾ ਕੈਮਰਾਮੈਨ ਨੂੰ ਕਿ ਉੱਥੇ ਉਸ ਸਾਈਡ ਕੈਮਰਾ, ਕਿਉਂਕਿ ਅਸੀਂ ਚੰਡੀਗੜ੍ਹ ਪੁਲਿਸ ਨੇ ਜਿੱਥੇ ਬੈਰੀਕੇਡਿੰਗ ਕੀਤੀ ਹੋਈ ਹੈ ਅਸੀਂ ਉੱਥੇ ਖੜੇ ਆ। ਦੂਜੇ ਪਾਸੇ ਜਿਹੜੇ ਅਕਾਲੀ ਦਲ ਦੇ ਜਿਹੜੇ ਹੋਰ ਸਪੋਰਟਰਸ ਨੇ, ਹੋਰ ਜਿਹੜੇ ਉੱਥੇ ਪਹੁੰਚੇ ਨੇ, ਕੁਝ ਹੀ ਪਲਾਂ 'ਚ ਇੱਥੇ ਹਰਸਿਮਰਤ ਕੌਰ ਦਾ ਕਾਫਲਾ ਪਹੁੰਚਣ ਵਾਲਾ ਹੈ। ਤੁਸੀਂ ਤਸਵੀਰਾਂ ਵੇਖ ਸਕਦੇ ਹੋ। ਹਾਲਾਂਕਿ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਬਈ ਉਹਨਾਂ ਨੂੰ ਇੰਟਰ ਹੋਣ ਤੇ ਕੋਈ ਨਹੀਂ ਰੋਕ ਸਕਦਾ, ਉਹ ਇੰਟਰ ਹੋਣਗੇ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਚੰਡੀਗੜ੍ਹ ਪੁਲਿਸ ਦੀ ਪੂਰੀ ਜਿਹੜੀ ਤਿਆਰੀ ਹੈ, ਪੂਰੀ ਜਿਹੜੀ ਫੋਰਸ ਹੈ, ਉੱਥੇ ਪੂਰੀ ਡਿਪਲੋਇਮੈਂਟ ਕੀਤੀ ਹੋਈ ਹੈ। ਪੂਰੇ ਬੈਰੀਕੇਡਿੰਗ, ਇੱਕ ਨਹੀਂ ਦੋ ਬੈਰੀਕੇਡਿੰਗ ਜਿਹੜੀ ਹੈ ਉਹ ਕੀਤੀ ਗਈ ਹੈ। ਯਾਨੀ ਕਿ ਸਾਫ਼ ਤੌਰ ਤੇ ਆਪਾਂ ਕਹਿ ਸਕਦੇ ਹਾਂ ਪੁਲਿਸ ਦੀ ਪੂਰੀ ਤਿਆਰੀ ਹੈ, ਕਿਉਂਕਿ 144 ਆਲਰੇਡੀ ਲੱਗੀ ਹੋਈ ਹੈ ਜਿੱਦਾਂ ਸਾਨੂੰ ਅਫਸਰਾਂ ਨੇ ਦੱਸਿਆ। ਇਹਨਾਂ ਨੇ ਬੈਨਰਸ ਵੀ ਲਾਇਆ ਹੋਇਆ, ਲੇਕਿਨ ਹੁਣ ਪੂਰਾ ਵਾਟਰ ਕੈਨਨ ਦੀ ਵੀ ਪੂਰਾ ਹੁਣ ਰੈਡੀ ਕਰ ਲਿੱਤਾ ਗਿਆ ਹੈ। ਵਾਟਰ ਕੈਨਨ ਜੇ ਅਗਰ ਲੋੜ ਪਈ ਤਾਂ ਵਾਟਰ ਕੈਨਨ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਹੈ। ਯਾਨੀ ਕਿ ਅਗਰ ਉਹ ਨਹੀਂ ਮੰਨਦੇ ਤਾਂ ਵਾਟਰ ਕੈਨਨ ਦਾ ਯੂਜ਼ ਵੀ ਹੋਏਗਾ, ਉਹਨਾਂ ਦੇ ਮਾਮਲਾ ਵੀ ਦਰਜ ਹੋਏਗਾ, ਉਹ ਵੀ ਗੱਲ ਕੀਤੀ ਗਈ ਹੈ। ਲੇਕਿਨ ਦੂਜੇ ਪਾਸੇ ਜਿਹੜੇ ਅਕਾਲੀ ਦੇ ਜਿਹੜੇ ਹੋਰ ਲੀਡਰਸ ਨੇ, ਹਰਸਿਮਰਤ ਕੌਰ ਬਾਦਲ ਦੇ ਜਿਹੜੇ ਹੋਰ ਇਹਦੀ ਅਗਵਾਈ ਕਰ ਰਹੇ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਬਈ ਅਸੀਂ ਐਂਟਰ ਹੋਣਗੇ। ਲੇਕਿਨ ਜੇ ਆਪਾਂ ਗੱਲ ਕਰੀਏ, ਅਸੀਂ ਚੰਡੀਗੜ੍ਹ ਬਾਰਡਰ ਤੇ ਖੜੇ ਆ। ਪੁਲਿਸ ਦਾ ਤੁਸੀਂ ਦੇਖਿਆ ਕਿ ਪੂਰਾ ਡਿਪਲੋਇਮੈਂਟ ਕੀਤੀ ਹੈ। ਖੁਦ ਐਸਐਸਪੀ ਚੰਡੀਗੜ੍ਹ ਕੁਲਦੀਪ ਸਿੰਘ ਚਹਿਲ ਉਹ ਇੱਥੇ ਮੌਕੇ ਤੇ ਮੌਜੂਦ ਨੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਪੂਰੀ ਤਰ੍ਹਾਂ ਗੱਲਬਾਤ ਕਰਨ ਦੀ, ਜਿਹੜੇ ਲੀਡਰਸ ਨੇ, ਅਕਾਲੀ ਦੇ ਜਿਹੜੇ ਲੀਡਰਸ ਨੇ। ਲੇਕਿਨ ਕੁਝ ਹੀ ਮਿੰਟਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਾਫਲਾ ਹੈ ਹਰਸਿਮਰਤ ਕੌਰ ਬਾਦਲ ਦਾ ਉਹ ਇੱਥੇ ਪਹੁੰਚਣ ਵਾਲਾ ਹੈ। ਬਿਲਕੁਲ ਸਾਹਮਣੇ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਅਸੀਂ ਖੜੇ ਉਹਦੇ ਬਿਲਕੁਲ ਸਾਹਮਣੇ ਅਕਾਲੀ ਦਾ ਜਿਹੜਾ ਪੂਰਾ ਇਹ ਸਾਰੇ ਜਿਹੜੇ ਸਪੋਰਟਰਸ ਨੇ ਉਹ ਸੜਕਾਂ ਤੇ ਬੈਠੇ ਨੇ। ਵੇਟ ਕੀਤਾ ਜਾ ਰਿਹਾ ਹੈ, ਹਰਸਿਮਰਤ ਕੌਰ ਬਾਦਲ ਦਾ ਵੇਟ ਕੀਤਾ ਜਾ ਰਿਹਾ ਹੈ ਕਿ ਕੁਝ ਹੀ ਮਿੰਟਾਂ 'ਚ ਇੱਥੇ ਹਰਸਿਮਰਤ ਕੌਰ ਬਾਦਲ ਪਹੁੰਚਣਗੇ। ਉਸ ਤੋਂ ਬਾਅਦ ਇਹ ਚੰਡੀਗੜ੍ਹ ਇੰਟਰ ਹੋਣ ਦੀ ਕੋਸ਼ਿਸ਼ ਕਰਾਂਗੇ। ਯਾਨੀ ਕਿ ਇੰਟਰ ਹੋਣ ਦਾ ਪੂਰਾ ਇਹਨਾਂ ਦਾ ਮਨ ਹੈ। ਐਨਕੇ ਸ਼ਰਮਾ ਨਾਲ ਵੀ ਸਾਡੀ ਗੱਲ ਹੋਈ ਸੀ, ਜਿਹੜੇ ਹਲਕਾ ਵਿਧਾਇਕ ਹੈ, ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਵੀ ਅਸੀਂ ਚੰਡੀਗੜ੍ਹ ਇੰਟਰ ਹੋਣਾ ਹੈ, ਚਾਹੇ ਜੋ ਮਰਜ਼ੀ ਹੋ ਜਾਏ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਬਈ ਪੁਲਿਸ ਜਿਹੜੀ ਹੈ ਉਹ 144 ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਗਰ ਕਰਦਾ ਉਹਦੇ ਖਿਲਾਫ ਸਖਤੀ ਕੀਤੀ ਜਾਏਗੀ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦਾ ਸਾਫ਼ ਤੌਰ ਤੇ ਕਹਿਣਾ ਕਿ ਵੀ ਅਸੀਂ ਐਂਟਰ ਹੋਣਾ ਹੈ। ਹਾਲਾਂਕਿ ਕਾਫਿਲਾ ਕਾਫੀ ਲੰਬਾ ਹੈ ਜਿਹੜਾ ਪਹਿਲਾਂ ਤੋਂ ਆ ਰਿਹਾ, ਲੇਕਿਨ ਦੂਜੇ ਪਾਸੇ ਆਪਾਂ ਗੱਲ ਕਰੀਏ ਇੱਥੇ ਵੀ ਹਜ਼ਾਰਾਂ ਦੀ ਤਾਦਾਦ 'ਚ ਜਿਹੜੇ ਅਕਾਲੀ ਲੀਡਰਸ ਨੇ, ਅਕਾਲੀ ਜਿਹੜੇ ਹੋਰ ਸਪੋਰਟਰਸ ਨੇ, ਉਹ ਸਵੇਰ ਤੋਂ ਹੀ ਯਾਨੀ ਕਿ ਐਨਕੇ ਸ਼ਰਮਾ ਦੀ ਅਗਵਾਈ ਵਿੱਚ ਸਵੇਰ ਤੋਂ ਹੀ ਬੈਠੇ ਨੇ। ਪੂਰਾ ਰੋਡ ਜਾਮ ਕਰਨ ਤੋਂ ਬਾਅਦ ਇੱਥੇ ਉਹ ਬੈਠੇ ਹੋਏ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਦੂਜੇ ਪਾਸੇ ਆਪਾਂ ਗੱਲ ਕਰੀਏ ਚੰਡੀਗੜ੍ਹ ਪੁਲਿਸ ਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਗਰ ਬੈਡ ਐਲੀਮੈਂਟ ਇੰਟਰ ਹੁੰਦਾ ਹੈ ਤਾਂ ਉਹਦੇ ਖਿਲਾਫ ਮਾਮਲਾ ਜਿਹੜਾ ਹੈ ਉਹ ਕੋਈ ਵੀ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਜਿਹੜਾ ਟਰੈਕਟਰ ਟਰਾਲੀ ਜਾਂ ਜਿਹੜੇ ਵੀ ਕਾਫਲਾ ਇੱਥੇ ਪਹੁੰਚ ਰਿਹਾ ਹੈ, ਜੇ ਅਗਰ ਇੱਥੇ ਇੰਟਰ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗੌਰਵ ਉਹਦੇ ਖਿਲਾਫ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਜਾਏਗਾ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਚੰਡੀਗੜ੍ਹ ਬਾਰਡਰ ਦੀ ਹੈ ਜਿੱਥੇ ਅਸੀਂ ਖੜੇ ਹਾਂ। ਸਾਡੇ ਦੂਜੇ ਪਾਸੇ ਸਾਡੇ ਸਹਿਯੋਗੀ ਨਪਿੰਦਰ ਬਰਾੜ ਨੇ, ਉਹ ਵੀ ਲਗਾਤਾਰ ਕਵਰੇਜ ਕਰ ਰਹੇ ਨੇ। ਅਸੀਂ ਇਸ ਪਾਸੇ ਕੋਸ਼ਿਸ਼ ਕੀਤੀ ਹੈ, ਪੂਰਾ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਚੰਡੀਗੜ੍ਹ ਪੁਲਿਸ ਦੀ ਡਿਪਲੋਇਮੈਂਟ ਜਿਹੜੀ ਕੀਤੀ ਹੋਈ ਹੈ, ਪੂਰੇ ਜਿਹੜੇ ਬੈਰੀਕੇਡਿੰਗ ਲਾਈ ਹੋਈ ਹੈ, ਉਹ ਵੀ ਅਸੀਂ ਦਿਖਾਈ ਹੈ ਕਿ ਬਈ ਪੂਰੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ। ਤੇ ਹੁਣ ਕਾਫਲਾ ਜਿਹੜਾ ਹੈ ਹੁਣ ਨਾਅਰੇਬਾਜ਼ੀ ਜਿਹੜੀ ਹੈ ਉਹ ਤੇਜ਼ ਹੋ ਚੁੱਕੀ ਹੈ। ਯਾਨੀ ਕਿ ਹੁਣ ਕਾਫਲਾ ਜਿਹੜਾ ਹੈਗਾ ਹਰਸਿਮਰਤ ਕੌਰ ਬਾਦਲ ਦਾ ਉਹ ਆਉਣ ਵਾਲਾ ਹੈ। ਯਾਨੀ ਆਪਾਂ ਕਹਿ ਸਕਦੇ ਕਿ ਹੁਣ ਜਿੱਦਾਂ ਹੀ ਉਹ ਆਉਂਦੇ ਹੈ ਇੱਥੋਂ ਫਿਰ ਕੂਚ ਕਰਨ ਦੀ ਜਿਹੜੀ ਤਿਆਰੀ ਹੈ, ਚੰਡੀਗੜ੍ਹ ਇੰਟਰ ਹੋਣ ਦੀ ਤਿਆਰੀ ਹੈ, ਉਹ ਕੀਤੀ ਜਾਏਗੀ ਗੌਰਵ। ਯਾਨੀ ਕਿ ਕੁਝ ਹੀ ਮਿੰਟਾਂ 'ਚ ਆਪਾਂ ਗੱਲ ਕਹਿ ਸਕਦੇ ਹਾਂ ਕਿ ਕੁਝ ਹੀ ਮਿੰਟਾਂ 'ਚ ਜਿਹੜਾ ਕਾਫਲਾ ਹੈ ਉਹ ਇੱਥੇ ਪਹੁੰਚੇਗਾ। ਯਾਨੀ ਕਿ ਇੱਥੇ ਪਹੁੰਚਣ ਤੋਂ ਬਾਅਦ ਇੱਥੇ ਹੰਗਾਮਾ ਹੋਣ ਦੇ ਆਸਾਰ ਵੀ ਜਿਹੜੇ ਹੈਗੇ ਉਹ ਨਜ਼ਰ ਆ ਰਹੇ ਨੇ, ਕਿਉਂਕਿ ਪੂਰਾ ਪੁਲਿਸ ਫੋਰਸ ਇੱਥੇ ਡਿਪਲੋਏ ਹੈ। ਦੂਜੇ ਪਾਸੇ ਅਕਾਲੀ ਦਲ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਭਈ ਉਹ ਇੰਟਰ ਹੋਣਗੇ। ਯਾਨੀ ਕਿ ਹੁਣ ਦੇਖਣਾ ਹੋਵੇਗਾ ਕਿ ਇੱਥੇ ਪੂਰੀ ਤਿਆਰੀ ਜਿਹੜੀ ਹੈ ਪੁਲਿਸ ਫੋਰਸ ਵੱਲੋਂ ਕੀਤੀ ਗਈ ਹੈ। ਪੂਰੀ ਬੱਸਿਸ ਜਿਹੜੀ ਹੈ ਉਹ ਲਾ ਦਿੱਤੀ ਗਈ ਹੈ, ਪੁਲਿਸ ਫੋਰਸ ਇੱਥੇ ਲਾਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਅਗਰ ਇੱਥੇ ਕੋਈ ਵੀ ਇੰਟਰ ਹੋਣ ਦੀ ਕੋਸ਼ਿਸ਼ ਕਰੇਗਾ ਉਹਨੂੰ ਸਿੱਧਾ ਬੱਸ 'ਚ ਪਾ ਕੇ ਉਹਨੂੰ ਡਿਟੇਨ ਕੀਤਾ ਜਾਏਗਾ। ਯਾਨੀ ਕਿ ਸਾਫ਼ ਤੌਰ ਤੇ ਇਹ ਅਫਸਰਾਂ ਦੇ ਹਿਦਾਇਤਾਂ ਨੇ ਕਿ ਬਈ ਕੋਈ ਵੀ ਇੰਟਰ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ। ਹੁਣ ਕੁਝ ਹੀ ਮਿੰਟਾਂ ਦਾ ਇੰਤਜ਼ਾਰ ਗੌਰਵ,
ਤੇ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਆਪਣੇ ਕਾਫਲੇ ਦੇ ਨਾਲ ਇੱਥੇ ਪਹੁੰਚਣਗੇ ਤੇ ਐਂਟਰ ਹੋਣ ਦੀ ਕੋਸ਼ਿਸ਼ ਕਰਨਗੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅਫਸਰਾਂ ਵੱਲੋਂ ਸਾਫ਼ ਤੌਰ ਤੇ ਪਹਿਲਾਂ ਵੀ ਇਹਨਾਂ ਦੇ ਜਿਹੜੇ ਅਕਾਲੀ ਲੀਡਰਸ ਨੇ, ਖੁਦ ਐਸਐਸਪੀ ਚੰਡੀਗੜ੍ਹ ਇੱਥੇ ਮੌਕੇ ਤੇ ਅਫਸਰਾਂ ਜਿਹੜੇ ਅਕਾਲੀ ਦੇ ਲੀਡਰਸ ਹੈ ਉਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਕਿ ਬਈ ਤੁਸੀਂ ਜਿਹੜੇ 4 ਤੋਂ 5 ਜਿਹੜੇ ਬੰਦੇ ਹੈ ਜਿਹੜੇ ਮੈਮੋਰੰਡਮ ਜਿਨ੍ਹਾਂ ਨੇ ਦੇਣਾ ਹੈ ਗਵਰਨਰ ਨੂੰ, ਉਹ ਜਾਣਗੇ। ਉਸ ਤੋਂ ਇਲਾਵਾ ਕੋਈ ਵੀ ਸੈਕੰਡ ਪਰਸਨ ਉੱਧਰ ਗਵਰਨਰ ਹਾਊਸ ਜਾਂ ਚੰਡੀਗੜ੍ਹ ਜਿਹੜਾ ਹੈ ਐਂਟਰ ਨਹੀਂ ਹੋਏਗਾ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਮੁੱਲਾਪੁਰ ਦੀ, ਮੁੱਲਾਪੁਰ ਵੀ ਪੂਰਾ ਬੈਰੀਅਰ ਜਿਹੜਾ ਹੈ ਉਹ ਸੀਲ ਕੀਤਾ ਗਿਆ। ਉੱਥੇ ਵੀ ਸਾਫ਼ ਤੌਰ ਤੇ ਹਦਾਇਤਾਂ ਦਿੱਤੀ ਗਈ ਹੈ, ਉੱਥੇ ਪੋਸਟਰ ਵੀ ਲਾਏ ਗਏ ਨੇ। ਜਿੱਦਾਂ ਮੇਰੇ ਸਹਿਯੋਗੀ ਨੇ ਵੀ ਗੱਲ ਦੱਸੀ ਕਿ ਬਈ ਜਿਹੜੇ ਅਕਾਲੀ ਦਲ ਦੇ ਜਿਹੜੇ ਲੀਡਰਸ ਨੇ, ਹੋਰ ਜਿਹੜੇ ਹਰਸਿਮਰਤ ਕੌਰ ਬਾਦਲ ਨੇ, ਉਹਨਾਂ ਨੇ ਵੀ ਸਾਫ਼ ਤੌਰ ਤੇ ਕਹਿਣਾ ਹੈ, ਹੋਰ ਜਿਹੜੇ ਲੀਡਰਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਬਈ ਜਿਹੜੇ ਐਂਟਰ ਹੋਣ ਦੀ ਅਸੀਂ ਕੋਸ਼ਿਸ਼ ਕਰਾਂਗੇ, ਚੰਡੀਗੜ੍ਹ ਅਸੀਂ ਐਂਟਰੀ ਹੋਣਗੇ, ਕਿਉਂਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਜਿਹੜਾ ਅਕਾਲੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਡਿਪਲੋਇਮੈਂਟ ਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਚੰਡੀਗੜ੍ਹ ਪੁਲਿਸ ਦੀ ਜਿਹੜੀ ਡਿਪਲੋਇਮੈਂਟ ਦੀ ਅੱਜ ਸਵੇਰ ਤੋਂ ਹੀ ਜਿਹੜੇ ਪੂਰੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਤੇ ਹੁਣ ਕੁਝ ਹੀ ਮਿੰਟਾਂ 'ਚ ਗੌਰਵ ਇੱਥੇ ਹਰਸਿਮਰਤ ਕੌਰ ਬਾਦਲ ਦਾ ਕਾਫਲਾ ਇੱਥੇ ਪਹੁੰਚਣ ਵਾਲਾ। ਉਸ ਤੋਂ ਬਾਅਦ ਐਂਟਰੀ ਦੀ ਕੋਸ਼ਿਸ਼ ਕੀਤੀ ਜਾਊਗੀ, ਲੇਕਿਨ ਉਹਨਾਂ ਨੂੰ ਐਂਟਰੀ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ। ਠੀਕ ਹੈ, ਕਿਹਾ ਗਿਆ ਸਾਹਮਣੇ ਤੁਸੀਂ ਨਜ਼ਰ ਬਣਾਏ ਰੱਖੋ, ਅਪਡੇਟ ਅਸੀਂ ਲੈਂਦੇ ਰਹਾਂਗੇ। ਮਨੋਜ ਤੁਹਾਡੇ ਕੋਲ ਵਾਪਸ ਆਵਾਂਗਾ ਕਿਉਂਕਿ ਇਸ ਸਮੇਂ ਬਿਲਕੁਲ ਨੇੜੇ ਪਹੁੰਚ ਚੁੱਕਿਆ ਪੂਰਾ ਕਾਫਿਲਾ। ਨੁਪਿੰਦਰ ਲਗਾਤਾਰ ਸਾਡੇ ਨਾਲ ਨੇ, ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਕਿਵੇਂ ਟੀਮਸ ਆਪਣੀਆਂ ਡਿਪਲੋਏ ਕੀਤੀਆਂ ਨੇ। ਜਿਹੜੀ ਬੈਰੀਕੇਡਿੰਗ ਹੈ, ਬੈਰੀਕੇਡਿੰਗ ਦੇ ਇੱਕ ਪਾਸੇ ਮਨੋਜ ਰਾਠੀ ਨੇ ਤੇ ਬੈਰੀਕੇਡਿੰਗ ਦੇ ਦੂਜੇ ਪਾਸੇ ਜਿਸ ਪਾਸੇ ਤੋਂ ਕਾਫਿਲਾ ਆਣਾ ਹੈ ਉਸ ਪਾਸੇ ਨੁਪਿੰਦਰ ਬਰਾੜ ਨੇ। ਨੁਪਿੰਦਰ ਬਰਾੜ ਸਾਨੂੰ ਪੂਰੇ ਕਾਫਿਲੇ ਦੀ ਇਨਫੋਰਮੇਸ਼ਨ ਦੇ ਰਹੇ ਨੇ। ਬੈਰੀਕੇਡ ਕਿਸ ਤਰੀਕੇ ਨਾਲ ਕੀਤੀ ਗਈ ਹੈ, ਕਿੰਨੇ ਜਵਾਨ ਤੈਨਾਤ ਨੇ, ਜਿਹੜੀਆਂ ਵਾਟਰ ਕੈਨਨ ਦੀਆਂ ਗੱਡੀਆਂ ਉੱਥੇ ਪਹੁੰਚੀਆਂ ਹੋਈਆਂ ਨੇ ਉਹ ਕਿੰਨੀਆਂ ਨੇ, ਕਿਵੇਂ ਉੱਥੇ ਪੂਰੇ ਇੰਤਜ਼ਾਮ ਨੇ, ਉਹ ਮਨੋਜ ਰਾਠੀ ਸਾਡੇ ਕੋਲ ਜਾਣਕਾਰੀ ਪਹੁੰਚਾ ਰਹੇ ਨੇ। ਇਸ ਤਰੀਕੇ ਨਾਲ ਇਹ ਸਾਡੀਆਂ ਟੀਮਾਂ ਚੰਡੀਗੜ੍ਹ ਮੁੱਲਾਂਪੁਰ ਬਾਰਡਰ ਦੇ ਉੱਤੇ ਵੀ ਨੇ, ਉਹ ਵੀ ਤੁਹਾਨੂੰ ਪਲ ਪਲ ਦੀ ਅਪਡੇਟ ਦਵਾਂਗੇ। ਮੈਂ ਰੁਕ ਕਰਾਂਗਾ ਨੁਪਿੰਦਰ ਬਰਾੜ ਦਾ। ਨੁਪਿੰਦਰ, ਤੁਸੀਂ ਇਸ ਸਮੇਂ ਸਾਨੂੰ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਵੋ ਕਿ ਕਿੱਥੇ ਪਹੁੰਚੇ ਹੋ, ਕਿੰਨੀ ਦੇਰ ਦੇ ਵਿੱਚ ਬੈਰੀਕੇਡ ਕੀ ਤੁਹਾਨੂੰ, ਕਿਉਂਕਿ ਤੁਸੀਂ ਹਰਸਿਮਰਤ ਕੌਰ ਬਾਦਲ ਜਿਸ ਗੱਡੀ ਦੇ ਉੱਤੇ ਸਵਾਰ ਨੇ, ਜੋ ਰਥ ਬਣਾਇਆ ਗਿਆ ਹੈ ਉੱਥੇ ਤੁਸੀਂ ਸਵਾਰ। ਮਿੰਟਾਂ ਦੇ ਲਈ ਕਾਫਲਾ ਰੋਕਿਆ ਗਿਆ ਜ਼ੀਰਕਪੁਰ ਦੇ ਅੰਦਰ ਐਂਟਰ ਹੋਣ ਤੇ ਕੁਝ ਮਿੰਟਾਂ ਲਈ ਰੋਕਿਆ ਗਿਆ, ਕੁਝ ਪਾਣੀ ਪੂਣੀ ਪੀਣ ਦੇ ਲਈ ਰੋਕਿਆ ਗਿਆ ਸੀ, ਪਰ ਹੁਣ ਕਾਫਲਾ ਜਿਹੜਾ ਫਿਰ ਤੋਂ ਚੱਲ ਪਿਆ। ਯਾਨੀ ਹੁਣ 2-4 ਮਿੰਟਾਂ ਦੇ ਵਿੱਚ ਕਾਫਲਾ ਪਹੁੰਚ ਜਾਵੇਗਾ ਬਿਲਕੁਲ ਚੰਡੀਗੜ੍ਹ ਬੈਰੀਅਰ ਤੇ। ਹੁਣ ਕੋਈ ਜ਼ਿਆਦਾ ਦੂਰ ਨਹੀਂ ਹੈ, ਇੱਥੋਂ ਚੱਲ ਪਿਆ ਕਾਫਲਾ। ਕੁਝ 2-3 ਮਿੰਟਾਂ ਦੇ ਲਈ ਜਿਹੜਾ ਕਾਫਲਾ ਰੋਕਿਆ ਗਿਆ ਸੀ ਔਰ ਦੁਬਾਰਾ ਹੁਣ ਕਾਫਲਾ ਜਿਹੜਾ ਹੈਗਾ ਇੱਥੋਂ ਰਵਾਨਾ ਹੋ ਗਿਆ। ਔਰ ਅੱਗੇ ਚੰਡੀਗੜ੍ਹ ਪੁਲਿਸ, ਜਿਸ ਤਰ੍ਹਾਂ ਨਿਊਜ਼ 18 ਤੇ ਤਸਵੀਰਾਂ ਤੁਸੀਂ ਦਿਖਾ ਰਹੇ ਹੋ, ਤਾਂ ਅੱਗੇ ਚੰਡੀਗੜ੍ਹ ਪੁਲਿਸ ਤਿਆਰ ਹੈ। ਇੱਧਰ ਅਕਾਲੀ ਦਲ ਦੇ ਵਰਕਰ, ਅਕਾਲੀ ਦਲ ਦੇ ਲੀਡਰ ਜਿਹੜੇ ਉਹ ਤਿਆਰ ਪਰ ਤਿਆਰ ਨੇ, ਕਹਿੰਦੇ ਨੇ ਕਿ ਅੱਜ ਕੁਝ ਵੀ ਹੋ ਜਾਏ ਪਿੱਛੇ ਨਹੀਂ ਮੁੜਾਂਗੇ, ਚੰਡੀਗੜ੍ਹ ਦੇ ਵਿੱਚ ਦਾਖਲ ਹੋ ਕੇ ਰਹਾਂਗੇ। ਦਾਅਵਾ ਕਰਦੇ ਨੇ ਕਿ ਚੰਡੀਗੜ੍ਹ ਪੁਲਿਸ ਚਾਹੇ ਜਿੱਡਾ ਵੱਡਾ ਮਰਜ਼ੀ ਸਖਤ ਬੈਰੀਕੇਡ ਲਾ ਕੇ ਰੱਖੇ, ਪਰ ਜਿਹੜਾ ਟੀਚਾ ਲੈ ਕੇ ਚੱਲੇ ਆ, ਜਿਹੜੇ ਪੰਜਾਬ ਭਰ ਦੇ ਵਿੱਚੋਂ ਵਰਕਰ ਤੇ ਲੀਡਰ ਜਿਹੜੇ ਪਹੁੰਚੇ ਨੇ, ਇਹ ਚੰਡੀਗੜ੍ਹ ਦਾ ਬੈਰੀਅਰ ਕ੍ਰਾਸ ਕਰਕੇ ਹੀ ਹਟਣਗੇ ਔਰ ਆਪਣਾ ਸੁਨੇਹਾ ਜਿਹੜਾ ਦੇਣ ਆਏ ਨੇ ਉਹ ਭੇਜਣਗੇ। ਯਾਨੀ ਕਿ ਪੰਜਾਬ ਦੇ ਗਵਰਨਰ ਨੂੰ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਜਿਹੜਾ ਦੇਣ ਦੇ ਲਈ ਪਹੁੰਚੇ ਨੇ। ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਸਾਰਾ ਕਾਫਲਾ ਤਾਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ, ਪਰ ਕੁਝ ਚੁਣਿੰਦਾ ਲੋਕਾਂ ਨੂੰ, ਇੱਕ ਵਫਦ ਨੂੰ ਜਿਹੜਾ ਹੈਗਾ ਜ਼ਰੂਰ ਅੱਗੇ ਭੇਜਿਆ ਜਾਵੇਗਾ, ਜਿਹੜੇ ਜਾ ਕੇ ਗੱਲ ਕਰ ਸਕਣਗੇ ਪੰਜਾਬ ਦੇ ਗਵਰਨਰ ਸਾਹਿਬ ਦੇ ਨਾਲ ਔਰ ਉਹਨਾਂ ਨੂੰ ਆਪਣਾ ਮੈਮੋਰੰਡਮ ਦੇ ਸਕਣਗੇ। ਤਾਂ ਫਿਲਹਾਲ ਤਸਵੀਰਾਂ ਤੁਹਾਡੇ ਸਾਹਮਣੇ ਨੇ। ਕਾਫਲਾ ਇੱਕ ਵਾਰੀ ਫਿਰ ਤੋਂ ਚੱਲਿਆ ਹੋਇਆ, ਯਾਨੀ ਕਰੀਬ 4-5 ਮਿੰਟਾਂ ਦੇ ਵਿੱਚ ਇਹ ਕਾਫਲਾ ਉਸ ਬੈਰੀਕੇਡ ਤੇ ਪਹੁੰਚ ਜਾਏਗਾ ਜਿੱਥੇ ਪੁਲਿਸ ਇਸ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ। ਤਾਂ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲਿਆ ਹੋਇਆ ਇਹ ਕਾਫਲਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਚੱਲਿਆ ਹੋਇਆ ਇਹ ਕਾਫਲਾ ਕੁਝ ਮਿੰਟਾਂ ਦੇ ਵਿੱਚ ਪਹੁੰਚ ਜਾਏਗਾ। ਤਾਂ ਸਵੇਰ ਤੋਂ ਚੱਲਿਆ ਹੋਇਆ ਕਾਫਲਾ, ਕਿਤੇ ਵਰਕਰਾਂ ਦਾ ਜੋਸ਼ ਹੈ ਜਿਹੜਾ ਉਹ ਘੱਟ ਤਾਂ ਨਹੀਂ ਪੈ ਗਿਆ, ਕਿਤੇ ਵਰਕਰ ਕੁਝ ਠੰਡੇ ਤਾਂ ਨਹੀਂ ਪੈ ਗਏ। ਇੰਨੀ ਦੇਰ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰ ਲਈ ਫਿਰ ਤੋਂ ਨੌਜਵਾਨ ਸਾਬਕਾ ਵਿਧਾਇਕ ਨੇ ਹਰਪ੍ਰੀਤ ਸਿੰਘ ਐਮਐਲਏ ਸਾਹਿਬ, ਕਿਤੇ ਠੰਡੇ ਤਾਂ ਨਹੀਂ ਪੈਣਗੇ ਤੁਹਾਡੇ ਵਰਕਰ? ਅੱਗੋਂ ਪੁਲਿਸ ਜਿਹੜੀ ਆ ਉਹ ਗਰਮ ਹੋਵੇ ਤੇ ਤੁਹਾਡੇ ਵਰਕਰ ਠੰਡੇ ਪੈ ਜਾਣ, ਸਵੇਰ ਤੋਂ ਤੁਰੇ ਆਉਂਦੇ ਆ। ਬਿਲਕੁਲ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਦਾ ਜੋਸ਼ ਹੈ ਉਹ ਭਾਵੇਂ ਸਵੇਰੇ 6 ਵਜੇ ਤੋਂ ਨਿਕਲੇ ਹੋਏ ਹੈ, ਮਲੋੜ ਤੋਂ, ਫਾਜ਼ਿਲਕਾ ਤੋਂ, ਜਲਾਲਾਬਾਦ ਤੋਂ ਤੇ ਹੋਰ ਵੱਖ-ਵੱਖ ਹਲਕਿਆਂ ਤੋਂ, ਪਰ ਉਹਨਾਂ ਦਾ ਜੋਸ਼ ਬਿਲਕੁਲ ਠੰਡਾ ਨਹੀਂ ਪਏਗਾ। ਜਿਹੋ ਜਿਹਾ ਜੋ ਸਵੇਰ ਸੀਗਾ ਉਹਨੇ ਹੀ ਜੋਸ਼ ਨਾਲ ਅੱਜ ਚੰਡੀਗੜ੍ਹ ਜਾ ਰਹੇ ਹੈ, ਗਵਰਨਰ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹੈ ਤੇ ਆਉਣ ਵਾਲੇ ਸਮੇਂ 'ਚ ਜਿਵੇਂ ਬੀਬਾ ਜੀ ਨੇ ਕਿਹਾ ਹੈ, ਜੇ ਲੋੜ ਪਈ ਤਾਂ ਦਿੱਲੀ ਵੀ ਜਾਵਾਂਗੇ। ਜੇ ਕੇਂਦਰ ਸਰਕਾਰ ਨਾ ਆਖੇ ਲੱਗੀ ਹਜੇ ਵੀ, ਤਾਂ ਫਿਰ ਦਿੱਲੀ ਜਾ ਕੇ ਵੀ ਜਿਹੜਾ ਇਹੀ ਇਕੱਠ ਹੈ, ਜਿਹੜਾ ਜੋਸ਼ ਹੈ ਵਰਕਰਾਂ ਦਾ, ਉੱਥੇ ਜਾ ਕੇ ਵੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰੇਗਾ। ਅਕਾਲੀ ਦਲ ਕਿਸਾਨਾਂ ਨੂੰ ਆਪਣਾ ਮੁੱਖ ਵੋਟ ਕਾਡਰ ਸਮਝਦਾ ਰਿਹਾ ਹੈ ਤੇ ਉਹ ਕਿਸਾਨ ਪਿਛਲੇ ਟਾਈਮ ਤੋਂ ਨਾਰਾਜ਼ ਚੱਲ ਰਿਹਾ ਸੀ। ਲੱਗਦਾ ਹੈ ਕਿ ਉਹ ਜਿਹੜਾ ਪੱਕਾ ਵੋਟ ਕਾਡਰ ਆ ਉਹ ਅਕਾਲੀ ਦਲ ਦੇ ਨਾਲ ਫਿਰ ਤੋਂ ਤੁਰੇਗਾ। ਦੇਖੋ, ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਹੈ ਉਹ ਕਿਸਾਨੀ ਹੈ
ਕਿਸਾਨੀ, ਗਰੀਬ ਪਰਿਵਾਰ, ਮਜ਼ਦੂਰ ਵਰਗ, ਮੁਲਾਜ਼ਮ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ। ਜਿਹੜਾ ਪਿਛਲੇ ਸਮੇਂ 'ਚ ਆਰਡੀਨੈਂਸਿਸ ਤੇ ਆਰਡੀਨੈਂਸ ਤੇ ਉਦੋਂ ਬਾਅਦ ਉਹਦੇ ਬਿੱਲ ਬਣਨ ਤੇ ਜਿਹੜਾ ਭੁਲੇਖਾ ਸੀਗਾ, ਉਹ ਪਿਛਲੇ ਦਿਨਾਂ 'ਚ ਜਿਹੜਾ 24 ਤਰੀਕ ਨੂੰ ਸ਼੍ਰੀ ਦਮਦਮਾ ਸਾਹਿਬ ਦੀ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੋਂ ਕਿਸਾਨੀ ਸੰਘਰਸ਼ ਦਾ ਐਲਾਨ ਹੋਇਆ, ਉਦੋਂ ਬਾਅਦ 25 ਨੂੰ ਧਰਨੇ ਲੱਗੇ ਤੇ ਅੱਜ ਜਿਹੜਾ ਇਹ ਸਾਰੇ ਪੰਜਾਬ 'ਚੋਂ ਕਾਫਲਾ ਚੰਡੀਗੜ੍ਹ ਪਹੁੰਚ ਰਿਹਾ ਹੈ, ਇਹਨੇ ਸਾਰੇ ਭੁਲੇਖੇ ਦੂਰ ਕਰਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦੇ ਨਾਲ ਹੈ ਕਿ ਨਹੀਂ ਹੈ। ਅੱਜ ਇਹ ਸਾਰਾ ਇਕੱਠ ਗਵਾਹੀ ਦਿੰਦਾ ਹੈ ਵੀ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਨਾਲ ਖੜਾ ਸੀ ਤੇ ਅੱਜ ਵੀ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਤਾਂ ਕਿਸਾਨ ਕਹਿੰਦੇ ਨੇ ਕਿ ਕਿਉਂਕਿ ਅਕਾਲੀ ਦਲ ਕਿਸਾਨ ਦੇ ਨਾਲ ਖੜਾ ਹੈ ਤਾਂ ਕਿਸਾਨ ਵੀ ਅਕਾਲੀ ਦਲ ਦੇ ਨਾਲ ਜਿਹੜਾ ਉਹ ਡਟੇਗਾ ਔਰ ਨਾਲ ਖੜਾ ਹੈ, ਕਿਉਂਕਿ ਕਿਸਾਨ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਇਸ ਕਰਕੇ ਜਿਹੜਾ ਅਕਾਲੀ ਦਲ ਦਾ ਮੁੱਖ ਵੋਟ ਕੱਢ ਰਿਹਾ ਕਿਸਾਨ ਕਹਿੰਦੇ ਨੇ ਕਿ ਉਹ ਅੱਜ ਨਾਲ ਹੈ, ਕਿਉਂਕਿ ਦੋਨੇ ਇੱਕ ਦੂਜੇ ਦੀ ਗੱਲ ਕਰ ਰਹੇ ਨੇ। ਮਨਤਾਰ ਸਿੰਘ ਬਰਾੜ ਨਾਲ ਗੱਲ ਕਰ ਲੈਣੇ, ਮਾਲਵੇ ਦੇ ਲੀਡਰ ਨੇ, ਤਾਂ ਇਹਨਾਂ ਦੇ ਨਾਲ ਗੱਲ ਕਰ ਲੈਣੇ ਆ। ਬਰਾੜ ਸਾਹਿਬ, ਵੋਟ ਕੱਢ ਕਹਿੰਦੇ ਕਿ ਅਕਾਲੀ ਦਲ ਦਾ ਮੁੱਖ ਤੌਰ ਤੇ ਕਿਸਾਨ ਹੈ, ਕਿਸਾਨ ਦਾ ਅੱਜ ਮੁੱਦਾ ਹੈ। ਕਿਸਾਨ ਪਿਛਲੇ ਟਾਈਮ ਤੋਂ ਨਾਰਾਜ਼ ਵੀ ਚੱਲ ਰਿਹਾ ਸੀ ਅਕਾਲੀ ਦਲ ਦੇ ਨਾਲ, ਲੱਗਦਾ ਹੈ ਕਿ ਉਹ ਅਕਾਲੀ ਦਲ ਦੇ ਨਾਲੋਂ ਨਾਰਾਜ਼ਗੀ ਦੂਰ ਕਰਕੇ ਫਿਰ ਤੋਂ ਅਕਾਲੀ ਦਲ ਦੇ ਨਾਲ ਆ ਕੇ ਖੜੇਗਾ ਜਿਹੜਾ ਕਿਸਾਨ ਲੀਡਰ, ਕਿਸਾਨ ਨੇਤਾ। ਕਿਸਾਨ ਨੇਤਾ ਨਹੀਂ, ਕਿਸਾਨ ਦੀ ਗੱਲ ਕਰ ਰਹੇ ਹਾਂ ਜੀ। ਕਿਸਾਨ ਅਕਾਲੀ ਦਲ ਦੇ ਨਾਲ ਸੀ, ਕਿਸਾਨ ਹੈ ਤੇ ਕਿਸਾਨ ਖੜੇਗਾ, ਤੇ ਅਕਾਲੀ ਦਲ ਕਿਸਾਨਾਂ ਖਾਤਰ ਮਰਦਾ ਰਿਹਾ, ਲੜਦਾ ਰਿਹਾ, ਤੇ ਅਕਾਲੀ ਦਲ ਲੜਦਾ ਰਹੇਗਾ। ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਲੱਗਦਾ ਕਿ ਹਲੇ ਵੀ ਕਿਤੇ ਥੋੜੇ ਬਹੁਤੇ ਗਿਲੇ ਸ਼ਿਕਵੇ ਹੋਣ, ਉਹਨਾਂ ਜਥੇਬੰਦੀਆਂ ਦੀ ਨਾਰਾਜ਼ਗੀ ਵੀ ਦੂਰ ਕਰਨ ਦੀ ਕੋਸ਼ਿਸ਼ ਅਕਾਲੀ ਦਲ ਕਰੇਗਾ ਤਾਂ ਕਿ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾ ਸਕੇ। ਅੱਜ ਤਾਂ ਪਰਿਵਾਰ ਦੇ ਵਿੱਚ 5 ਮੈਂਬਰ ਹੁੰਦੇ ਆ, ਉਹਨਾਂ 'ਚ ਵੀ ਗਿਲੇ ਸ਼ਿਕਵੇ ਹੋ ਜਾਂਦੇ, ਇਹ ਤਾਂ ਵੱਡੀ ਗੱਲ ਹੈ ਜੀ। ਪਰ ਅਕਾਲੀ ਦਲ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਹਰ ਇੱਕ ਜਥੇਬੰਦੀ ਨਾਲ ਮਿਲ ਕੇ ਉਹਨਾਂ ਨਾਲ ਸਹਿਮਤੀ ਜਿਹੜੀ ਹੈ ਪ੍ਰਗਟਾਈ ਜਾਵੇ ਔਰ ਉਹਨਾਂ ਦਾ ਕੋਈ ਗਿਲਾ ਸ਼ਿਕਵਾ ਉਹ ਦੂਰ ਕੀਤਾ ਜਾਵੇ। ਕਾਂਗਰਸ ਲਗਾਤਾਰ ਕਹਿੰਦੀ ਹੈ ਜੀ ਕਿ ਅਸੀਂ ਸਾਰੀਆਂ ਪਾਰਟੀਆਂ ਨਾਲ ਇਕਜੁੱਟ ਹੋ ਕੇ ਲੜਾਈ ਲੜ ਸਕਦੇ ਹਾਂ, ਜਾਂ ਉਹ ਕਹਿੰਦੇ ਨੇ ਕਿ ਅਕਾਲੀ ਦਲ ਦੇ ਨਾਲ ਨਹੀਂ, ਕਿਉਂਕਿ ਅਕਾਲੀ ਦਲ ਨੂੰ ਉਹ ਕਹਿੰਦੇ ਨੇ ਕਿ ਇਹ ਬੀਜੇਪੀ ਦੇ ਨਾਲ ਉਹ ਛੱਡ ਕੇ ਆਏ ਨੇ, ਹਾਲਾਤ ਵੇਖ ਕੇ ਛੱਡੇ ਨੇ, ਕਹਿੰਦੇ ਮਜਬੂਰੀ 'ਚ ਇਹ ਫਿਰ ਇਕੱਠੇ ਹੋ ਜਾਣਗੇ। ਗੱਲ ਇਹ ਹੈ, ਕਾਂਗਰਸੀ ਥਾਂ ਦੇ ਉੱਤੇ ਬਦਲ ਰਹੇ ਆ, ਕੈਪਟਨ ਸਾਹਿਬ ਦੀਆਂ ਸਟੇਟਮੈਂਟ ਥਾਂ ਦੇ ਉੱਤੇ ਬਦਲ ਰਹੀਆਂ। ਤੁਸੀਂ ਵੇਖਿਆ ਜਿਹੜੇ ਇਹ 3 ਆਰਡੀਨੈਂਸ ਆਏ ਆ, ਇਹਨਾਂ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ 7 ਮੁੱਖ ਮੰਤਰੀਆਂ ਦੀ, ਉਹਦੇ ਵਿੱਚ ਉਹ ਮੈਂਬਰ ਸਨ। ਉਹਨਾਂ ਨੇ ਪਹਿਲਾਂ ਸਹੀ ਪਾਈ ਹੈ, ਇੱਕ ਮੀਟਿੰਗ 'ਚ ਗਏ ਆਪ, ਫਿਰ ਉਹਨਾਂ ਦੇ ਆਫੀਸਰ ਗਏ, ਫਿਰ ਮਨਪ੍ਰੀਤ ਬਾਦਲ ਗਏ, ਔਰ ਉਹਨਾਂ ਨੂੰ ਪਿਛਲੇ ਸਾਲ ਅਗਸਤ ਦਾ ਪਤਾ ਹੈ, ਉਹਨਾਂ ਨੇ ਗੱਲ ਨਹੀਂ ਕੱਢੀ ਗਈ। ਜੇ ਉਹ ਕਿਤੇ ਸਾਡੇ ਕੋਲ ਹੀ ਗੱਲ ਆ ਜਾਂਦੀ, ਅਸੀਂ ਉੱਥੇ ਰੌਲਾ ਪਾ ਸਕਦੇ ਸੀ ਪਹਿਲਾਂ, ਕਿਉਂਕਿ ਜਿਹੜਾ ਕੈਬਨਿਟ ਮੰਤਰੀ ਹੈ ਸੈਂਟਰ ਦੇ ਵਿੱਚ, ਇਹਦੇ ਕੋਲ ਤਾਂ ਜਦੋਂ ਆਰਡੀਨੈਂਸ ਬਣ ਜਾਂਦਾ, ਤਿਆਰ ਹੋ ਜਾਂਦਾ, ਉਦੋਂ ਉਹਦੇ ਕੋਲੇ ਅਪਰੂਵਲ ਵਾਸਤੇ ਆਉਂਦਾ। ਉਹ ਜਦੋਂ ਸਾਡੇ ਮੈਡਮ ਕੋਲੇ ਆਇਆ, ਹਰਸਿਮਰਤ ਕੌਰ ਬਾਦਲ ਕੋਲੇ, ਤਾਂ ਉਹਨਾਂ ਨੇ ਉਹਦੇ ਤੇ ਡਿਸਾਈਡਿੰਗ ਨੋਟ ਵੀ ਦਿੱਤਾ। ਹਾਲਾਂਕਿ ਉਹਨਾਂ ਦੇ ਮਹਿਕਮੇ ਨੂੰ ਇਸ ਗੱਲ ਦਾ ਕਾਫੀ ਫਾਇਦਾ ਹੁੰਦਾ ਸੀਗਾ ਕਿ ਇਹ ਠੀਕ ਹੈ, ਮੇਰੇ ਮਹਿਕਮੇ ਨੂੰ ਫਾਇਦਾ, ਪਰ ਕਿਸਾਨੀ ਦੇ ਉਲਟ ਹੈ। ਇਸ ਕਰਕੇ ਮੈਂ ਬੇਨਤੀ ਕਰਦੇ ਹਾਂ ਕਿ ਇਹਨੂੰ ਪਾਸ ਨਾ ਕੀਤਾ ਜਾਵੇ। ਸਾਡੀ ਗੱਲ ਨਹੀਂ ਸੁਣੀ ਗਈ, ਅਸੀਂ ਵੋਟਾਂ ਵੀ ਉਲਟ ਪਾਈਆਂ, ਰਿਜ਼ਾਈਨ ਵੀ ਦੇ ਦਿੱਤਾ, ਤੇ ਅੱਜ ਵੀ ਅਸੀਂ ਕਿਸਾਨ ਦੇ ਨਾਲ ਖੜੇ ਹਾਂ ਔਰ ਪੰਜਾਬ ਦੇ ਨਾਲ ਖੜੇ ਹਾਂ, ਹਰ ਪੰਜਾਬੀ ਦੇ ਨਾਲ ਖੜੇ ਹਾਂ। ਤਾਂ ਕਹਿੰਦੇ ਕਿਸਾਨ ਦੇ ਨਾਲ ਖੜੇ ਆ ਔਰ ਕਿਸਾਨੀ ਮੁੱਦੇ ਤੇ ਹੀ ਕੁਰਸੀ ਵੀ ਛੱਡ ਦਿੱਤੀ, ਗਠਬੰਧਨ ਵੀ ਛੱਡ ਦਿੱਤਾ, ਔਰ ਹੁਣ ਕਿਸਾਨਾਂ ਦੀ ਗੱਲ ਹੋ ਰਹੀ ਹੈ, ਕਿਸਾਨਾਂ ਦੇ ਨਾਲ ਡਟੇ ਹੋਏ ਆ ਔਰ ਕਾਫਲਾ ਜਿਹੜਾ ਹੈਗਾ ਬਿਲਕੁਲ ਨੇੜੇ ਪਹੁੰਚ ਚੁੱਕਿਆ ਹੈ। ਜ਼ੀਰਕਪੁਰ ਜ਼ਿਆਦਾਤਰ ਜਿਹੜਾ ਹੈਗਾ ਕ੍ਰਾਸ ਹੋਣ ਦੇ ਨੇੜੇ ਹੈ ਔਰ ਉਸ ਬੈਰੀਕੇਡ ਦੇ ਨੇੜੇ ਕੁਝ ਮਿੰਟਾਂ ਦੇ ਵਿੱਚ ਇਹ ਕਾਫਲਾ ਜਿਹੜਾ ਹੈਗਾ ਪਹੁੰਚ ਜਾਵੇਗਾ, ਜਿਸ ਬੈਰੀਕੇਡ ਤੇ ਚੰਡੀਗੜ੍ਹ ਪੁਲਿਸ ਰੋਕਣ ਦੀ ਤਿਆਰੀ ਦੇ ਵਿੱਚ ਹੈ, ਜਿੱਥੇ ਚੰਡੀਗੜ੍ਹ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਬੈਰੀਕੇਡ ਨੂੰ ਕ੍ਰਾਸ ਨਹੀਂ ਕਰਨ ਦਿੱਤਾ ਜਾਵੇਗਾ। ਸਖਤ ਪ੍ਰਬੰਧ ਕੀਤੇ ਗਏ ਨੇ, ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ, ਸਖਤ ਬੈਰੀਕੇਡਿੰਗ ਕੀਤੀ ਗਈ ਹੈ। ਚੰਡੀਗੜ੍ਹ ਦੇ ਐਸਐਸਪੀ ਖੁਦ ਜਿਹੜਾ ਹੈਗਾ ਮੋਰਚਾ ਸੰਭਾਲੇ ਹੋਏ ਨੇ, ਉਹ ਲਗਾਤਾਰ, ਕਿਉਂਕਿ ਦੋਨੇ ਪਾਸੇ ਤੋਂ ਅਕਾਲੀ ਦਲ ਨੇ ਡਬਲ ਘੇਰਾ ਪਾਇਆ। ਇੱਕ ਪਾਸੇ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ ਤੇ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲਿਆ ਹੋਇਆ ਦੂਜਾ ਕਾਫਲਾ, ਜਿਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਡਾਕਟਰ ਦਲਜੀਤ ਚੀਮਾ ਉਹਨਾਂ ਦੇ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ। ਤੇ ਇੱਕ ਪਾਸਿਓਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਸਾਰੇ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਮੋਰਚਾ ਸੰਭਾਲ ਰਹੇ ਨੇ ਔਰ ਥੋੜੀ ਦੇਰ ਦੇ ਵਿੱਚ ਚੰਡੀਗੜ੍ਹ ਨੂੰ ਟੱਚ ਕਰ ਜਾਏਗਾ ਇਹ ਅਕਾਲੀ ਦਲ ਦਾ ਕਾਫਲਾ। ਤਸਵੀਰਾਂ ਤੁਹਾਡੇ ਸਾਹਮਣੇ ਨੇ ਗੌਰਵ ਜੀ। ਬਿਲਕੁਲ, ਇਹ ਤਸਵੀਰਾਂ ਲਗਾਤਾਰ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤਾਂ ਇਹ ਤਸਵੀਰਾਂ ਲਗਾਤਾਰ ਪਹੁੰਚਾ ਰਹੇ ਹਾਂ ਅਸੀਂ, ਵੱਖ-ਵੱਖ ਥਾਵਾਂ ਤੋਂ ਸਾਡੀਆਂ ਟੀਮਾਂ ਸਾਡੇ ਨਾਲ ਲਗਾਤਾਰ ਜੁੜੀਆਂ ਹੋਈਆਂ ਨੇ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੁਝ ਹੀ ਪਲਾਂ ਦੇ ਵਿੱਚ, ਜਿਵੇਂ ਨੁਪਿੰਦਰ ਦੱਸ ਰਹੇ ਸੀ, ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਪਹੁੰਚ ਜਾਏਗਾ ਬੈਰੀਕੇਡ ਤੱਕ, ਤੇ ਉਸ ਤੇ ਜਾ ਕੇ ਬੈਰੀਕੇਡ ਦੇ ਉੱਤੇ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੁੰਦੀ ਹੈ, ਕਿਵੇਂ ਅਕਾਲੀ ਦਲ ਇਸ ਪੂਰੇ ਧਰਨੇ ਪ੍ਰਦਰਸ਼ਨ ਨੂੰ ਅੱਗੇ ਲੈ ਕੇ ਜਾਂਦਾ ਹੈ, ਉਸ ਦੇ ਉੱਤੇ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ। ਉਹ ਸਾਰੀਆਂ ਤਸਵੀਰਾਂ ਸਾਡੀਆਂ ਟੀਮਾਂ ਉੱਥੇ ਮੌਜੂਦ ਨੇ, ਦਿਖਾਵਾਂਗੇ। ਪਰ ਦੂਜੇ ਪਾਸੇ ਹਲਚਲ ਇਸ ਸਮੇਂ ਚੰਡੀਗੜ੍ਹ ਮੁੱਲਾਂਪੁਰ ਬਾਰਡਰ ਦੇ ਉੱਤੇ ਵੀ ਖੂਬ ਨਜ਼ਰ ਆ ਰਹੀ ਹੈ। ਰੋਹਿਤ ਬੰਸਲ ਮੇਰੇ ਸਹਿਯੋਗੀ ਉੱਥੋਂ ਜੁੜੇ ਹੋਏ ਨੇ, ਮੈਂ ਰੋਹਿਤ ਦਾ ਰੁਖ ਕਰਦਾ। ਰੋਹਿਤ, ਕਿੰਨੀ ਦੇਰ ਦੇ ਵਿੱਚ ਸੁਖਬੀਰ ਬਾਦਲ ਦਾ ਕਾਫਿਲਾ ਇਸ ਬੈਰੀਕੇਡਸ ਤੱਕ, ਇਸ ਪੂਰੀ ਥਾਂ ਤੱਕ ਪਹੁੰਚ ਜਾਏਗਾ ਜਿੱਥੇ ਤੁਸੀਂ ਮੌਜੂਦ ਹੋ?
ਜੀ ਬਿਲਕੁਲ ਗੌਰਵ, ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਕਰੀਬ ਅੱਧੇ ਘੰਟੇ ਦੇ ਵਿੱਚ ਜਾਂ ਅੱਧੇ ਘੰਟੇ ਦੇ ਬਾਅਦ ਉਹ ਜੋ ਸੁਖਬੀਰ ਬਾਦਲ ਦਾ ਕਾਫਲਾ ਜੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆ ਰਿਹਾ ਉਹ ਇੱਥੇ ਪਹੁੰਚ ਜਾਏਗਾ। ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦੇ ਪ੍ਰੋਪਰ ਇੰਤਜ਼ਾਮ ਨੇ। ਜੋ RAF ਹੈ, ਜੋ ਪੈਰਾਮਿਲਟਰੀ ਫੋਰਸ ਹੈ, ਉਹ ਲਗਾਈ ਗਈ ਹੈ। ਬਕਾਇਦਾ ਤੌਰ ਤੇ ਚੰਡੀਗੜ੍ਹ ਪੁਲਿਸ ਇਸ ਦੇ ਵਿੱਚ ਸ਼ੁਮਾਰ ਹੈ। ਔਰ ਅਸੀਂ ਜਿਸ ਵਕਤ ਜਿਸ ਸਾਈਡ ਅਸੀਂ ਖੜੇ ਹਾਂ ਇਹ ਚੰਡੀਗੜ੍ਹ ਦਾ ਏਰੀਆ ਹੈ ਔਰ ਸਾਹਮਣੇ ਤੁਸੀਂ ਬੈਰੀਗੇਡ ਦੇਖ ਸਕਦੇ ਹੋ। ਬੈਰੀਗੇਡ ਦੇ ਜੋ ਦੂਸਰੇ ਪਾਸੇ ਦਾ ਏਰੀਆ ਉਹ ਪੰਜਾਬ ਦਾ ਏਰੀਆ ਹੈ। ਸਾਹਮਣੇ ਅਕਾਲੀ ਦਲ, ਯੂਥ ਅਕਾਲੀ ਦਲ ਦੇ ਵਰਕਰ ਨੇ ਜੋ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ, ਲਗਾਤਾਰ ਹਵਾ ਦੇ ਵਿੱਚ ਝੰਡੇ ਲਹਿਰਾਏ ਜਾ ਰਹੇ ਨੇ ਔਰ ਲਗਾਤਾਰ ਇੱਕੋ ਹੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਸਾਡਾ ਨਾਅਰਾ ਕਿਸਾਨ ਪਿਆਰਾ। ਜੋ ਅਕਾਲੀ ਦਲ ਨੇ ਇੱਕ ਲੋਗੋ ਵੀ ਦਿੱਤਾ ਸੀ, ਅਕਾਲੀ ਦਲ ਨੇ ਇੱਕ ਮੋਟੋ ਦਿੱਤਾ ਸੀਗਾ ਕਿ ਸਾਡਾ ਨਾਅਰਾ ਕਿਸਾਨ ਪਿਆਰਾ, ਤਾਂ ਉਸੇ ਨੂੰ ਦੇਖਦੇ ਹੋਏ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲਾਗੂ ਹੈ। ਕੋਈ ਵੀ ਵਿਅਕਤੀ 5 ਤੋਂ 10 ਮਿੰਟ ਜਾਂ 5 ਤੋਂ 10 ਵਿਅਕਤੀ ਇੱਕ ਜਗ੍ਹਾ ਤੇ ਇਕੱਠੇ ਨਾ ਹੋਣ। ਜੇ ਇਹ ਇਕੱਠੇ ਹੁੰਦੇ ਆ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਅਗਰ ਫੇਰ ਵੀ ਨਹੀਂ ਮੰਨਦੇ ਤਾਂ ਉਹਨਾਂ ਤੇ ਬਲ ਪ੍ਰਯੋਗ ਕੀਤਾ ਜਾ ਸਕਦਾ ਹੈ। ਤਾਂ ਬਿਲਕੁਲ ਉਸੇ ਤਰ੍ਹਾਂ ਭਾਰੀ ਗਿਣਤੀ ਦੇ ਵਿੱਚ ਜੋ ਪੈਰਾਮਿਲਟਰੀ ਫੋਰਸ ਨੇ, ਜੋ ਚੰਡੀਗੜ੍ਹ ਪੁਲਿਸ ਹੈ, ਉਹ ਇੱਥੇ ਤਾਇਨਾਤ ਨੇ ਔਰ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਕਦੋਂ ਪਹੁੰਚਦੇ ਨੇ। ਹਾਲਾਂਕਿ ਇੱਕ ਚੀਜ਼ ਇੱਥੇ ਹੋਰ ਹੈ, ਪੂਰਾ ਇਸ ਟਾਈਮ ਸੜਕ ਨੂੰ ਬੰਦ ਕਰ ਦਿੱਤਾ ਗਿਆ, ਪਰ ਜੋ ਇਹ ਰੋਡ ਹੈ ਉਹ PGI ਤੋਂ ਮੁੱਲਾਪੁਰ ਦੀ ਰੋਡ ਹੈ। PGI ਤੋਂ ਮੁੱਲਾਪੁਰ ਦੀ ਰੋਡ ਦੇ ਵਿੱਚ ਕਾਫੀ ਜ਼ਿਆਦਾ ਐਂਬੂਲੈਂਸ ਹੈ ਜੋ ਵਾਰ-ਵਾਰ ਕਈ ਵਾਰ ਬੈਰੀਗੇਡ ਖੋਲ੍ਹਣਾ ਪੈਂਦਾ ਤਾਂ ਉਸ ਦੇ ਵਿੱਚ ਪ੍ਰੋਪਰਲੀ ਵਰਕਰ ਯੋਗਦਾਨ ਵੀ ਦੇ ਰਹੇ ਨੇ, ਕਿਉਂਕਿ ਜਦੋਂ ਕੋਈ ਐਂਬੂਲੈਂਸ ਆਉਂਦੀ ਹੈ ਤਾਂ ਉਸ ਟਾਈਮ ਬੈਰੀਗੇਡ ਨੂੰ ਇੱਕ ਵਾਰ ਖੋਲ੍ਹਣਾ ਪੈਂਦਾ, ਉਸ ਤੋਂ ਬਾਅਦ ਫੇਰ ਹੀ ਐਂਬੂਲੈਂਸ ਇੱਧਰ ਆ ਸਕਦੀ ਹੈ। ਤਾਂ ਇਸ ਦੇ ਲਈ ਪ੍ਰੋਪਰਲੀ ਪੰਜਾਬ ਪੁਲਿਸ ਵੱਲੋਂ ਔਰ ਚੰਡੀਗੜ੍ਹ ਪੁਲਿਸ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਵੀ ਮਰੀਜ਼ ਨੂੰ ਇਹ ਦਿੱਕਤ ਨਾ ਆਵੇ ਕਿ ਜੇ ਕੋਈ ਐਂਬੂਲੈਂਸ ਇੱਧਰ ਆਉਂਦੀ ਹੈ। ਕਿਹਾ ਜਾ ਰਿਹਾ ਕਿ ਕਰੀਬ ਅੱਧੇ ਘੰਟੇ ਦੇ ਵਿੱਚ ਇਹ ਕਾਫਲਾ ਇੱਥੇ ਪਹੁੰਚੇਗਾ। ਜੇ ਤੁਸੀਂ ਦੂਜੇ ਪਾਸੇ ਮੇਰੇ ਦੇਖ ਰਹੇ ਹੋਵੋਗੇ ਤਾਂ ਤੁਹਾਨੂੰ ਸਾਫ਼ ਕੁਝ ਵਹੀਕਲ ਨਜ਼ਰ ਆ ਰਹੇ ਆ, ਜਿਨ੍ਹਾਂ ਦੇ ਵਿੱਚ ਯੂਥ ਅਕਾਲੀ ਦਲ SOI ਜੋ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਹੈ ਉਹ ਲਗਾਤਾਰ ਝੰਡੇ ਲਹਿਰਾ ਕੇ ਪ੍ਰਦਰਸ਼ਨ ਕਰ ਰਹੀ ਹੈ, ਲਗਾਤਾਰ ਨਾਅਰੇਬਾਜ਼ੀ ਕਰ ਰਹੀ ਹੈ। ਔਰ ਇਸ ਵਾਰ ਦੀ ਖਾਸ ਗੱਲ ਇਹ ਹੈ ਕਿ ਜਿੱਥੇ ਅਸੀਂ ਅਕਾਲੀ ਦਲ ਦੀ ਰੈਲੀਆਂ ਦੇ ਵਿੱਚ ਅਕਸਰ ਅਸੀਂ ਇੱਕ ਦੇਖਦੇ ਹਾਂ ਕਿ ਕੇਸਰੀ ਝੰਡੇ ਹੀ ਰੈਲੀ ਦੇ ਵਿੱਚ ਮੌਜੂਦ ਹੁੰਦੇ ਨੇ, ਪਰ ਇਸ ਰੈਲੀ ਦੇ ਵਿੱਚ ਕੁਝ ਹਰੇ ਰੰਗ ਦੇ ਝੰਡੇ ਵੀ ਨਜ਼ਰ ਆ ਰਹੇ ਨੇ। ਹਾਲਾਂਕਿ ਹਰੇ ਰੰਗ ਦੇ ਝੰਡਿਆਂ ਦੇ ਉੱਤੇ ਵੀ ਇੱਕੋ ਹੀ ਸਾਡਾ ਨਾਅਰਾ ਕਿਸਾਨ ਪਿਆਰਾ, ਜੋ ਨਾਅਰਾ ਅਕਾਲੀ ਦਲ ਨੇ ਦਿੱਤਾ ਉਹੀ ਆ ਰਿਹਾ, ਪਰ ਕਿਤੇ ਨਾ ਕਿਤੇ ਹਰੇ ਝੰਡੇ ਜੋ ਇੱਕ ਕਿਸਾਨੀ ਦਾ ਪ੍ਰਤੀਕ ਵੀ ਨੇ ਉਹ ਦਿਖਾ ਕੇ ਕਿਤੇ ਨਾ ਕਿਤੇ ਅਕਾਲੀ ਦਲ ਕਿਸਾਨ ਹਤੈਸ਼ੀ ਹੋਣ ਦੀ ਵੀ ਕੋਸ਼ਿਸ਼ ਕਰ ਰਿਹਾ ਕਿਸਾਨਾਂ ਨੂੰ, ਕਿਉਂਕਿ ਲਗਾਤਾਰ ਕਿਸਾਨ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ। ਪਿਛਲੇ ਦਿਨਾਂ ਦੀ ਅਸੀਂ ਗੱਲ ਕਰੀਏ ਤਾਂ ਲੰਬੀ ਬਾਦਲ ਦੇ ਵਿੱਚ ਲਗਾਤਾਰ ਸੁਖਬੀਰ ਸਿੰਘ ਬਾਦਲ ਦਾ ਜੋ ਜੱਦੀ ਘਰ ਹੈਗਾ ਬਾਦਲ ਪਿੰਡ, ਉਹਦੇ ਅੱਗੇ ਧਰਨੇ ਜਾਰੀ ਸੀ। ਅਕਾਲੀ ਦਲ ਤੋਂ ਲੋਕ ਮੰਗ ਕਰ ਰਹੇ ਸੀ ਕਿ ਅਕਾਲੀ ਦਲ NDA ਦਾ ਸਾਥ ਛੱਡੇ, ਮੈਡਮ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ। ਅਸਤੀਫਾ ਵੀ ਦਿੱਤਾ ਜਾ ਚੁੱਕਾ ਹੈ, ਹੁਣ ਗੱਠਜੋੜ ਵੀ ਤੋੜਿਆ ਜਾ ਚੁੱਕਾ ਹੈ ਔਰ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਵੱਲੋਂ ਜੋ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਉਹ ਸਾਡੇ ਬਰਾਬਰ ਕੀਤੇ ਜਾ ਰਹੇ, ਜਿਸ ਦੇ ਜਵਾਬ ਵਿੱਚ ਅੱਜ ਦਲਜੀਤ ਚੀਮਾ ਨਾਲ ਗੱਲ ਹੋਈ, ਅਕਾਲੀ ਦਲ ਦੀ तमाम ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ। ਉਹਨਾਂ ਦਾ ਕਹਿਣਾ ਕਿ ਅਸੀਂ ਕਿਸੇ ਦੇ ਵੀ ਧਰਨੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਬਲਕਿ ਅਸੀਂ ਕਿਸਾਨਾਂ ਨੂੰ ਹੀ ਯੋਗਦਾਨ ਦੇ ਰਹੇ ਹਾਂ ਔਰ ਜੋ ਵੀ ਸਾਡੇ ਪ੍ਰੋਟੈਸਟ ਨੇ ਉਹ ਕਿਸਾਨਾਂ ਦੇ ਹੱਕ ਵਿੱਚ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਸੀਨੀਅਰ ਆਗੂਆਂ ਦੇ ਬਿਆਨ ਜਾਰੀ ਹੁੰਦੇ ਰਹੇ ਨੇ, ਲਗਾਤਾਰ ਪ੍ਰੈਸ ਬਰੀਫਿੰਗ ਹੁੰਦੀ ਰਹੀ ਹੈ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈਗਾ ਕਿ ਜੇ ਚੰਡੀਗੜ੍ਹ ਦੇ ਵਿੱਚ ਸਾਡੀ ਗੱਲ ਨਹੀਂ ਬਣਦੀ, ਜੇ ਚੰਡੀਗੜ੍ਹ ਦਾ ਰਾਜਪਾਲ ਸਾਡੀ ਗੱਲ ਦੇਸ਼ ਦੇ ਰਾਸ਼ਟਰਪਤੀ ਤੱਕ ਨਹੀਂ ਪਹੁੰਚਾਉਂਦਾ ਤਾਂ ਚੰਡੀਗੜ੍ਹ ਤੋਂ ਬਾਅਦ ਸਾਡਾ ਅਗਲਾ ਟੀਚਾ ਸਿੱਧਾ ਦਿੱਲੀ ਹੋਵੇਗਾ। ਅੱਜ ਅਸੀਂ ਚੰਡੀਗੜ੍ਹ ਘੇਰਨ ਦੀ ਤਿਆਰੀ ਕਰ ਰਹੇ ਹਾਂ ਔਰ ਅਗਲਾ ਨਿਸ਼ਾਨਾ ਸਾਡਾ ਦਿੱਲੀ ਹੋਵੇਗਾ। ਚੰਡੀਗੜ੍ਹ ਨੂੰ ਦੋ ਪਾਸਿਆਂ ਤੋਂ ਘੇਰਨ ਦੀ ਤਿਆਰੀ ਹੈ। ਜਿਸ ਵਕਤ ਤੁਸੀਂ ਜੋ ਇਹ ਤਸਵੀਰਾਂ ਦੇਖ ਰਹੇ ਹੋ ਇਹ ਮੁੱਲਾਪੁਰ ਬਾਰਡਰ ਦੀਆਂ ਨੇ, ਜੋ ਦੂਜੀਆਂ ਤਸਵੀਰਾਂ ਨੇ ਉਹ ਜ਼ੀਰਕਪੁਰ ਬਾਰਡਰ ਦੀਆਂ ਨੇ। ਤਾਂ ਇੱਕ ਪਾਸੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਅਗਵਾਈ ਕਰ ਰਹੀ ਹੈ ਤਾਂ ਦੂਜੇ ਪਾਸੇ ਤੋਂ ਸੁਖਬੀਰ ਸਿੰਘ ਬਾਦਲ ਅਗਵਾਈ ਕਰ ਰਿਹਾ। ਜੋ ਦੇਖਿਆ ਜਾ ਰਿਹਾ, ਜੋ ਹੁਣ ਤੱਕ ਦੇ ਤਜਰਬੇ ਕਹਿੰਦੇ ਆ, ਕਿਉਂਕਿ ਹਰਸਿਮਰਤ ਕੌਰ ਦਾ ਜੋ ਵਫਦ ਹੈ, ਜੋ ਉਹਨਾਂ ਦਾ ਜੱਥਾ ਹੈਗਾ ਉਹ ਲਗਭਗ ਜ਼ੀਰਕਪੁਰ ਬਾਰਡਰ ਦੇ ਕੋਲ ਪਹੁੰਚ ਚੁੱਕੇ, ਪਰ ਹਾਲੇ ਤੱਕ ਜ਼ੀਰਕਪੁਰ ਬਾਰਡਰ ਨੂੰ ਟੱਚ ਨਹੀਂ ਕੀਤਾ। ਮੈਂ ਰੋਹਿਤ ਤੁਹਾਡੇ ਕੋਲ ਵਾਪਸ ਆਉਂਗਾ। ਜ਼ੀਰਕਪੁਰ ਵਾਲੇ ਬਾਰਡਰ ਦੇ ਉੱਤੇ ਇਸ ਸਮੇਂ ਕੀ ਕੁਝ ਹਲਚਲ ਹੈ ਮੈਂ ਉਹ ਦੱਸਦਾ ਆਪਣੇ ਦਰਸ਼ਕਾਂ ਨੂੰ। ਤੁਸੀਂ ਮੁੱਲਾਂਪੁਰ ਵਾਲੇ ਤੇ ਨਜ਼ਰ ਬਣਾ ਕੇ ਰੱਖੋ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਹਲਚਲ ਇਸ ਸਮੇਂ ਚੰਡੀਗੜ੍ਹ ਮੁੱਲਾਂਪੁਰ ਬਾਰਡਰ ਦੇ ਉੱਤੇ ਵੀ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ, ਪਰ ਅਸੀਂ ਰੁਕ ਕਰਦੇ ਹਾਂ ਕਿਉਂਕਿ ਇਹ ਇਸ ਸਮੇਂ ਤਾਂ ਲੱਗ ਰਿਹਾ ਹੈ ਕਿ ਸੁਖਬੀਰ ਬਾਦਲ ਥੋੜਾ ਜਿਹਾ ਦੇਰ ਨਾਲ ਪਹੁੰਚਣਗੇ, ਪਰ ਹਰਸਿਮਰਤ ਕੌਰ ਬਾਦਲ ਆਲਮੋਸਟ ਪਹੁੰਚ ਚੁੱਕੇ ਨੇ ਉੱਥੇ ਉਸ ਬੈਰੀਕੇਡ ਤੱਕ, ਜਾਂ ਕਹੀਏ ਕਿ ਜ਼ੀਰਕਪੁਰ ਵਾਲੀ ਪੁਆਇੰਟ ਦੇ ਉੱਤੇ ਜਿੱਥੇ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ।
ਮੈਂ ਰੁਕ ਕਰਦਾ। ਨਪਿੰਦਰ ਬਰਾੜ ਲਗਾਤਾਰ ਸਾਡੇ ਨਾਲ ਨੇ, ਮਨੋਜ ਰਾਠੀ ਲਗਾਤਾਰ ਸਾਡੇ ਨਾਲ ਨੇ, ਰੋਹਿਤ ਬੰਸਲ ਵੀ ਸਾਡੇ ਨਾਲ ਨੇ ਤੇ ਇਸ ਵਿਚਾਲੇ ਰਾਜੀਵ ਅਤੇ ਪੰਕਜ ਕਪਾਹੀ ਵੀ ਸੁਖਬੀਰ ਬਾਦਲ ਦੇ ਕਾਫਲੇ ਦੇ ਨਾਲ ਅੱਗੇ ਵਧ ਰਹੇ ਨੇ ਤੇ ਉਹ ਵੀ ਸਾਨੂੰ ਅਪਡੇਟ ਕਰ ਰਹੇ ਨੇ ਕਿ ਕਿੱਥੇ ਪੂਰਾ ਕਾਫਲਾ ਪਹੁੰਚ ਚੁੱਕਿਆ ਸੀ। ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਮੈਂ ਇੱਕ ਵਾਰੀ ਫਿਰ ਤੋਂ ਰੁਕ ਕਰਦਾ ਨਪਿੰਦਰ ਬਰਾੜ ਦਾ। ਨਪਿੰਦਰ, ਕਿੱਥੇ ਪਹੁੰਚਿਆ ਪੂਰਾ ਕਾਫਿਲਾ ਇਸ ਸਮੇਂ, ਕੀ ਕੁਝ ਤੁਹਾਡੇ ਕੋਲ ਅਪਡੇਟ? ਨਪਿੰਦਰ, ਬਿਲਕੁਲ ਗੌਰਵ, ਬਿਲਕੁਲ ਬਸ ਬਿਲਕੁਲ ਜਿਹੜਾ ਹੈਗਾ ਬੈਰੀਕੇਡ ਆ ਉਸ ਦੇ ਨੇੜੇ ਆ ਗਏ ਨੇ। ਜ਼ੀਰਕਪੁਰ ਦਾ ਜਿਹੜਾ ਪੁਲ ਦੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਪੁਲ ਦੇ ਉੱਪਰੋਂ ਆਉਣਗੇ ਜਾਂ ਪੁਲ ਜਿੱਥੋਂ ਟੀ ਪੁਆਇੰਟ ਪੈਂਦਾ ਹੈ ਜ਼ੀਰਕਪੁਰ ਦਾ ਪੁਲ ਦੇ ਹੇਠਾਂ, ਉਸ ਨੂੰ ਕ੍ਰੋਸ ਕਰ ਚੁੱਕੇ ਨੇ। ਜਿਹੜਾ ਪੰਜਾਬ ਪੁਲਿਸ ਦਾ ਬੈਰੀਕੇਡ ਸੀ ਉਹ ਖੋਲ ਦਿੱਤਾ ਗਿਆ। ਹਾਲਾਂਕਿ ਪਹਿਲਾਂ 2 ਬੈਰੀਕੇਡ ਲੱਗੇ ਹੋਏ ਸੀ ਪੰਜਾਬ ਪੁਲਿਸ ਦੇ ਇੱਥੇ, ਪਰ ਉਹਨਾਂ ਨੇ ਤੁਰੰਤ ਜਿਹੜੇ ਬੈਰੀਕੇਡ ਨੇ ਉਹ ਖੋਲ ਦਿੱਤੇ ਨੇ ਔਰ ਕਾਫਲੇ ਨੂੰ ਨਹੀਂ ਰੋਕਿਆ ਗਿਆ। ਕਾਫਲਾ ਲਗਾਤਾਰ ਅੱਗੇ ਵਧਦਾ ਜਾ ਰਿਹਾ, ਯਾਨੀ ਕੁਝ ਮਿੰਟਾਂ ਦੇ ਵਿੱਚ ਇਹ ਕਾਫਲਾ ਹੁਣ ਉਸ ਬੈਰੀਕੇਡ ਤੱਕ ਜਾ ਪਹੁੰਚੇਗਾ ਜਿੱਥੇ ਚੰਡੀਗੜ੍ਹ ਪੁਲਿਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਔਰ ਥੋੜੀ ਦੇਰ ਬਾਅਦ ਚੰਡੀਗੜ੍ਹ ਪੁਲਿਸ ਦੇ ਨਾਲ ਸਾਹਮਣਾ ਹੋਵੇਗਾ ਅਕਾਲੀ ਦਲ ਦੇ ਲੀਡਰਾਂ ਦਾ, ਹਰਸਿਮਰਤ ਕੌਰ ਬਾਦਲ ਦੇ ਕਾਫਲੇ ਦਾ ਤੇ ਅਕਾਲੀ ਦਲ ਦੇ ਵਰਕਰਾਂ ਦਾ। ਤਾਂ ਫਿਲਹਾਲ ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਹ ਕਾਫਲਾ ਬਿਲਕੁਲ ਨੇੜੇ ਜਿਹੜਾ ਹੈਗਾ ਪਹੁੰਚ ਚੁੱਕਿਆ। ਬੇਸ਼ੱਕ ਸਵੇਰ ਤੋਂ ਚੱਲਿਆ ਹੋਇਆ ਇਹ ਕਾਫਲਾ, ਪਰ ਜਿਸ ਤਰ੍ਹਾਂ ਅਕਾਲੀ ਦਲ ਦਾ ਦਾਅਵਾ ਹੈ ਕਿ ਉਹਨਾਂ ਦੇ ਵਰਕਰਾਂ ਦੇ ਵਿੱਚ ਜੋਸ਼ ਉਸੇ ਤਰ੍ਹਾਂ ਹੈ, ਇਸ ਤਰ੍ਹਾਂ ਦਾਅਵਾ ਕਰਦਾ ਅਕਾਲੀ ਦਲ, ਕਿਉਂਕਿ ਵੱਡਾ ਐਲਾਨ ਅਕਾਲੀ ਦਲ ਨੇ ਕੀਤਾ ਹੈ ਕਿ ਆਰ ਪਾਰ ਦੀ ਲੜਾਈ ਹੈ ਜਿਹੜੀ ਉਹ ਅਸੀਂ ਲੜਾਂਗੇ। ਇਸ ਤਰ੍ਹਾਂ ਦਾ ਇਹ ਬਿਆਨ ਅਕਾਲੀ ਦਲ ਦੇ ਵੱਲੋਂ ਸਾਹਮਣੇ ਆ ਰਹੇ ਨੇ। ਤਾਂ ਤਸਵੀਰਾਂ ਤੁਹਾਡੇ ਸਾਹਮਣੇ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਜਿਹੜੇ ਲਗਾਤਾਰ ਲਾਏ ਜਾ ਰਹੇ ਨੇ। ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਹਰਸਿਮਰਤ ਕੌਰ ਬਾਦਲ ਦਾ ਕਾਫਲਾ, ਤਸਵੀਰਾਂ ਤੁਹਾਡੇ ਸਾਹਮਣੇ ਨੇ। ਹਨੇਰਾ ਹੋ ਚੁੱਕਿਆ, 8:30 ਦੇ ਕਰੀਬ, 8:22 ਦਾ ਸਮਾਂ ਹੋ ਚੁੱਕਿਆ, ਯਾਨੀ 8:30 ਦੇ ਕਰੀਬ ਦਾ ਸਮਾਂ ਹੋ ਜਾਣਾ। ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਘੰਟੇ ਜਿਹੜੇ ਲੱਗੇ ਨੇ ਇਸ ਕਾਫਲੇ ਨੂੰ ਇੱਥੇ ਪਹੁੰਚਣ ਤੇ। ਸਵੇਰੇ ਕਰੀਬ 9:30 ਦੇ ਕਰੀਬ, ਸਵੇਰੇ 9 ਵਜੇ 9:30 ਦੇ ਕਰੀਬ ਇਹ ਕਾਫਲਾ ਜਿਹੜਾ ਸਵੇਰੇ ਰਵਾਨਾ ਹੋਇਆ ਸੀ। ਤਕਰੀਬ 11:30 ਘੰਟੇ ਆਮ ਅਸੀਂ ਦੇਖਦੇ ਹਾਂ ਤਾਂ ਬਠਿੰਡਾ ਤੋਂ ਅਗਰ ਚੰਡੀਗੜ੍ਹ ਆਉਣਾ ਤਾਂ 3-3.5 ਘੰਟੇ ਲੱਗਦੇ ਨੇ, ਪਰ ਕਰੀਬ 11:30 ਘੰਟੇ ਦਾ ਜਿਹੜਾ ਹੈਗਾ ਸਮਾਂ ਲੱਗਿਆ ਇਸ ਕਾਫਲੇ ਦੇ ਉੱਤੇ ਪਹੁੰਚਣ ਤੇ, ਕਿਉਂਕਿ ਜਗ੍ਹਾ ਜਗ੍ਹਾ ਤੇ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਜਿਹੜੇ ਹੈਗੇ ਪੜਾਅ ਬਣੇ ਹੋਏ ਸੀ। ਜਗ੍ਹਾ ਜਗ੍ਹਾ ਤੇ ਅਕਾਲੀ ਦਲ ਦੇ ਵਰਕਰ ਲਗਾਤਾਰ ਇਸ ਕਾਫਲੇ ਦਾ ਸਵਾਗਤ ਕਰ ਰਹੇ ਸੀ। ਤਾਂ ਫਿਲਹਾਲ ਤਸਵੀਰਾਂ ਤੁਹਾਡੇ ਸਾਹਮਣੇ ਨੇ। ਪੁਲ ਨੂੰ ਵੀ ਕ੍ਰੋਸ ਕਰ ਚੁੱਕਿਆ ਕਾਫਲਾ, ਜਿਹੜਾ ਜ਼ੀਰਕਪੁਰ ਦਾ ਪੁਲ ਹੈ ਗੌਰਵ, ਉਸ ਨੂੰ ਕ੍ਰੋਸ ਕਰ ਲਿਆ। ਉਹ ਪੁਲ ਦੇ ਬਿਲਕੁਲ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਆਪਣਾ ਜਿਹੜਾ ਪਾਸਾ ਹੈ ਉੱਥੇ ਪਹੁੰਚ ਚੁੱਕਿਆ, ਯਾਨੀ ਬੱਸ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਣ ਵਾਲਾ, ਬਿਲਕੁਲ ਕੁਝ ਹੀ ਮਿੰਟ ਕਹਿ ਸਕਦੇ ਆ ਕਿ ਬਿਲਕੁਲ ਨੇੜੇ ਚੰਡੀਗੜ੍ਹ ਤੇ ਆ ਚੁੱਕਿਆ ਹਰਸਿਮਰਤ ਕੌਰ ਬਾਦਲ ਦਾ ਇਹ ਕਾਫਲਾ। ਔਰ ਹੁਣ ਗੱਲ ਮਿੰਟਾਂ ਤੋਂ ਸਕਿੰਟਾਂ ਤੇ ਆਉਣ ਵਾਲੀ ਹੈ। ਔਰ ਜਿੱਥੇ ਚੰਡੀਗੜ੍ਹ ਪੁਲਿਸ ਦਾ ਬੈਰੀਕੇਡ ਲਾਏ ਹੋਏ ਆ ਉੱਥੇ ਇਹ ਕਾਫਲਾ ਪਹੁੰਚਣ ਵਾਲਾ ਔਰ ਪਹੁੰਚਣ ਤੋਂ ਬਾਅਦ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ, ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਦਾ ਰਵੱਈਆ ਰਹੇਗਾ ਅਕਾਲੀ ਦਲ ਦੇ ਇਸ ਕਾਫਲੇ ਨੂੰ ਲੈ ਕੇ, ਜਾਂ ਅਕਾਲੀ ਦਲ ਦੀ ਕੀ ਰੂਪਰੇਖਾ ਰਹੇਗੀ, ਉਹ ਥੋੜੀ ਦੇਰ ਤੱਕ ਤਸਵੀਰਾਂ ਜਿਹੜੀਆਂ ਸਾਫ਼ ਹੋ ਜਾਣਗੀਆਂ। ਪਰ ਹਾਲ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਬਸ ਹੁਣ ਕੁਝ ਸੈਕਿੰਡ ਹੀ ਲੱਗਣੇ ਨੇ ਜਦੋਂ ਚੰਡੀਗੜ੍ਹ ਪੁਲਿਸ ਤੇ ਅਕਾਲੀ ਦਲ ਦਾ ਕਾਫਲਾ ਆਮਣੇ ਸਾਹਮਣੇ ਹੋਵੇਗਾ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਕੀ ਅਕਾਲੀ ਦਲ ਦੇ ਇਹਨਾਂ ਲੀਡਰਾਂ ਨੂੰ ਸਮਝਾਉਣ 'ਚ ਕਾਮਯਾਬ ਹੁੰਦੀ ਹੈ, ਕਿਉਂਕਿ ਅਕਾਲੀ ਦਲ ਦੇ ਲੀਡਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਸਾਨੂੰ ਬੈਰੀਕੇਡ ਤੋੜਨਾ ਪਵੇ, ਅਸੀਂ ਬੈਰੀਕੇਡ ਪਾਰ ਕਰਾਂਗੇ ਔਰ ਕਾਫਲਾ ਚੰਡੀਗੜ੍ਹ ਲੈ ਕੇ ਜਾਵਾਂਗੇ। ਪਰ ਚੰਡੀਗੜ੍ਹ ਪੁਲਿਸ ਕਹਿੰਦੀ ਹੈ ਕਿ ਤੁਹਾਨੂੰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਫਦ ਤੁਹਾਡਾ ਜਿਹੜਾ ਹੈਗਾ ਉਹ ਗਵਰਨਰ ਸਾਹਿਬ ਦੇ ਕੋਲ ਜਾ ਸਕਦਾ, ਆਪਣਾ ਮੈਮੋਰੈਂਡਮ ਦੇ ਸਕਦਾ। ਪਰ ਕੀ ਅਕਾਲੀ ਦਲ ਇੰਨੀ ਆਸਾਨੀ ਨਾਲ ਜਿਹੜਾ ਹੈਗਾ ਮੰਨਦਾ ਜਾਂ ਫਿਰ ਇੱਥੇ ਦੋਨਾਂ ਧਿਰਾਂ ਵਿੱਚ ਕਿਸੇ ਕਿਸਮ ਕੋਈ ਝੜਪ ਹੁੰਦੀ ਹੈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਬੈਰੀਕੇਡ ਤੇ ਝੜਪ ਹੋ ਜਾਂਦੀ ਹੈ, ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੋਲੀਟੀਕਲ ਲੋਕਾਂ ਦੇ ਵੱਲੋਂ ਜਾਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ। ਕੁਝ ਘੰਟਾਂ ਬਾਅਦ ਜਿਸ ਤਰ੍ਹਾਂ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਅਕਾਲੀ ਦਲ ਨੇ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਆਪਣੇ ਵਰਕਰਾਂ ਦੇ ਵਿੱਚ ਫਿਰ ਤੋਂ ਉਤਸ਼ਾਹ ਭਰਨ ਦੀ ਕੋਸ਼ਿਸ਼ ਹੈ, ਹੌਸਲਾ ਭਰਨ ਦੀ ਕੋਸ਼ਿਸ਼ ਹੈ ਕਿ ਜਿਹੜੇ ਵਰਕਰ ਸਵੇਰ ਤੋਂ ਚੱਲੇ ਹੋਏ ਨੇ ਉਹ ਇੱਕ ਵਾਰੀ ਫਿਰ ਤੋਂ ਉਹਨਾਂ ਦੇ ਵਿੱਚ એનર્ਜੀ ਫੂਕੀ ਜਾ ਸਕੇ, ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਅਲਰਟ ਕੀਤਾ ਜਾ ਸਕੇ ਕਿ ਹੁਣ ਤੁਸੀਂ ਚੰਡੀਗੜ੍ਹ ਪੁਲਿਸ ਦੇ ਨਾਲ ਆਮਣੇ ਸਾਹਮਣੇ ਹੋਣ ਜਾ ਰਹੇ ਹੋ। ਤਾਂ ਬਿਲਕੁਲ ਕਾਫਲਾ ਜਿਹੜਾ ਹੈਗਾ ਉਹ ਪਹੁੰਚ ਚੁੱਕਿਆ। ਬਸ ਕੁਝ ਸੈਕਿੰਡ ਕਰੋ, ਕੁਝ ਸੈਕਿੰਡ ਦੇ ਵਿੱਚ ਹੀ ਇਹ ਕਾਫਲਾ ਚੰਡੀਗੜ੍ਹ ਠੀਕ ਹੈ ਪੁਲਿਸ ਨਰਿੰਦਰ, ਤੁਹਾਡੇ ਕੋਲ ਵਾਪਸ ਆਉਂਗਾ। ਜਿਹੜੀ ਅਨਾਉਂਸਮੈਂਟ ਉੱਥੇ ਹੋ ਰਹੀ ਹੈ ਜਾਂ ਜਿਹੜੀ
ਜਿਹੜੀ ਨਾਅਰੇਬਾਜ਼ੀ ਹੋ ਰਹੀ ਹੈ ਉਹ ਵੀ ਬਹੁਤ ਜ਼ਿਆਦਾ ਲਾਊਡ ਹੈ, ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਸ਼ਾਇਦ ਤੁਸੀਂ ਜੋ ਜ਼ਿਕਰ ਕਰ ਰਹੇ ਸੀ ਉਹ ਸਾਡੇ ਦਰਸ਼ਕ ਨਾ ਸਮਝ ਪਾਏ ਹੋਣ, ਪਰ ਨੁਪਿੰਦਰ ਨੇ ਲਗਾਤਾਰ ਇਹੀ ਜ਼ਿਕਰ ਕੀਤਾ ਕਿ ਇਸ ਸਮੇਂ ਕਿੱਥੇ ਕਾਫਲਾ ਪਹੁੰਚ ਚੁੱਕਿਆ ਹੈ, ਜੋ ਪੂਰੇ ਰਸਤੇ ਦਾਅਵੇ ਕਰਦਾ ਹੈ ਅਕਾਲੀ ਦਲ ਕਿ ਅਸੀਂ ਤਾਂ ਚੰਡੀਗੜ੍ਹ ਜਾਵਾਂਗੇ, ਤਾਂ ਕੀ ਉਹ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਪਾਉਂਦੇ ਨੇ ਜਾਂ ਨਹੀਂ ਹੋ ਪਾਉਂਦੇ ਥੋੜੀ ਦੇਰ ਬਾਅਦ ਹੀ ਸਾਫ਼ ਹੋ ਜਾਏਗਾ। 8:30 ਵਜੇ ਦੇ ਤੋਂ ਜ਼ਿਆਦਾ ਦਾ ਕਰੀਬ ਦਾ ਸਮਾਂ ਹੁਣ ਹੋ ਚੁੱਕਿਆ ਹੈ, ਤੇ ਜੋ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਜਿਵੇਂ ਜਿਵੇਂ ਰਾਤ ਦਾ ਸਮਾਂ ਹੋਈ ਜਾਏਗਾ ਉਸ ਦੇ ਨਾਲ ਇੱਕ ਥੋੜੀ ਜਿਹੀ ਰਾਹਤ ਲੋਕਾਂ ਦੇ ਲਈ ਇਹ ਹੁੰਦੀ ਹੈ ਕਿ ਲੋਕ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਹੁੰਦੇ ਨੇ, ਆਪਣੇ ਕੰਮਾਂ ਕਾਰਾਂ ਤੋਂ ਘਰ ਵੱਲ ਨਿਕਲ ਚੁੱਕੇ ਹੁੰਦੇ ਨੇ, ਤਾਂ ਉਹ ਥੋੜੀ ਜਿਹੀ ਰਾਹਤ ਵਾਲੀ ਗੱਲ ਜ਼ਰੂਰ ਹੋਏਗੀ। ਪਰ ਇਸ ਸਮੇਂ ਟ੍ਰੈਫਿਕ ਤਾਂ ਲਾਜ਼ਮੀ ਤੌਰ ਤੇ ਜ਼ੀਰਕਪੁਰ ਵਾਲੇ ਪਾਸੇ ਹੈ, ਜ਼ਬਰਦਸਤ ਟ੍ਰੈਫਿਕ ਹੋਏਗਾ, ਪੂਰੇ ਰੋਡ ਬਲੌਕ ਕੀਤੇ ਗਏ ਨੇ। ਮੈਂ ਨੁਪਿੰਦਰ ਦਾ ਰੁਖ ਕਰਾਂਗਾ, ਪਰ ਇਸ ਵਿਚਾਲੇ ਸਾਡੇ ਨਾਲ ਸੁਖਬੀਰ ਬਾਦਲ ਦੇ ਕਾਫਿਲੇ ਦੇ ਨਾਲ ਪੰਕਜ ਕਪਾਹੀ ਮੂਵ ਕਰ ਰਹੇ ਨੇ। ਮੈਂ ਪੰਕਜ ਦਾ ਰੁਖ ਕਰਦਾ। ਪੰਕਜ, ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿੰਨੀ ਦੇਰ ਦੇ ਵਿੱਚ ਚੰਡੀਗੜ੍ਹ ਐਂਟਰ ਹੋਣ ਦੇ ਲਈ ਉਹ ਚੰਡੀਗੜ੍ਹ ਮੁੱਲਾਂਪੁਰ ਬਾਰਡਰ ਤੱਕ ਪਹੁੰਚ ਜਾਏਗਾ ਸੁਖਬੀਰ ਬਾਦਲ ਦਾ ਕਾਫਿਲਾ। ਪੰਕਜ ਕਪਾਹੀ। हाँ बिल्कुल गौरव, अगले 15 ਤੋਂ 20 ਮਿੰਟ ਚ ਜਿਹੜਾ ਵੈ ਕਾਫਲਾ ਇੱਥੇ ਪਹੁੰਚੇਗਾ ਔਰ ਬਕਾਇਦਾ ਤੌਰ ਤੇ ਰੋਡ ਜਿਹੜੀ ਹੈ ਬਿਲਕੁਲ ਬੰਦ ਕਰ ਦਿੱਤੀ ਗਈ ਆ। ਆਮ ਲੋਕਾਂ ਨੂੰ ਆਵਾਜਾਈ ਦੀ ਦਿੱਕਤ ਜ਼ਰੂਰ ਆ ਰਹੀ ਹੈ ਕਿਉਂਕਿ ਜਿਹੜੇ ਆਮ ਲੋਕ ਇੱਥੋਂ ਸਫ਼ਰ ਕਰਦੇ ਨੇ, ਸ਼ਾਮ ਨੂੰ ਪਹੁੰਚਦੇ ਨੇ, ਉਹਨਾਂ ਲਈ ਰਸਤਾ ਡਾਇਵਰਟ ਕਰ ਦਿੱਤਾ ਗਿਆ ਹੈ ਔਰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਥਾਂ ਤੇ ਪੁਲਿਸ ਜਿਹੜੀ ਹੈ ਉਹ ਤੈਨਾਤ ਹੈ, ਮੁਸਤੈਦੀ ਦੇ ਨਾਲ ਲੱਗੀ ਹੋਈ ਹੈ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਲੇਕਿਨ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਇਹ ਪੂਰਾ ਰਸਤਾ ਰੋਪੜ ਨੂੰ ਜਾਂਦਾ, ਇਹ ਰਸਤਾ ਜਲੰਧਰ ਨੂੰ ਜਾਂਦਾ ਔਰ ਇਸੇ ਰਸਤੇ 'ਚ ਕਿਉਂਕਿ ਕਾਫਿਲਾ ਤੋਂ ਪਿੱਛੇ ਲਗਭਗ 5 ਤੋਂ 7 ਕਿਲੋਮੀਟਰ ਪਿੱਛੇ ਹੈ ਔਰ ਇਸੇ ਵਜ੍ਹਾ ਕਰਕੇ ਰਸਤੇ ਜਿਹੜੇ ਨੇ ਉਹ ਡਾਈਵਰਟ ਕੀਤੇ ਗਏ ਨੇ ਕਿਉਂਕਿ ਸ਼ਾਮ ਨੂੰ ਲੋਕ ਜਿਹੜੇ ਨੇ ਘਰੋਂ ਆਪਣੇ ਦਫ਼ਤਰ ਜਾਂਦੇ, ਦਫ਼ਤਰ ਤੋਂ ਘਰ ਜਾਂਦੇ ਨੇ, ਤਾਂ ਇਹ ਰਸਤਾ ਪੂਰੀ ਤਰੀਕੇ ਦੇ ਨਾਲ ਆਮ ਲੋਕਾਂ ਦੇ ਲਈ ਡਾਈਵਰਟ ਕਰ ਦਿੱਤਾ ਗਿਆ ਹੈ ਔਰ ਕਾਫਲਾ ਜਿਹੜਾ ਥੋੜੀ ਦੇਰ 'ਚ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਈ ਥਾਵਾਂ ਤੇ ਪੁਲਿਸ ਜਿਹੜੀ ਹੈ ਉਹਨਾਂ ਦੇ ਥਾਂ ਤੇ ਨਾਕੇ ਲੱਗੇ ਨੇ ਔਰ ਦੂਜੇ ਪਾਸੇ ਕਿਉਂਕਿ ਰੋਪੜ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਇੱਧਰਲੇ ਪਾਸੇ ਚੱਲੇ, ਚੰਡੀਗੜ੍ਹ ਵਾਲੇ ਪਾਸੇ ਚੱਲੇ, ਤਾਂ ਕਈ ਥਾਵਾਂ ਤੇ ਕਈ ਸਾਰੀਆਂ ਕਾਰਾਂ ਖੜੀਆਂ ਸੀਗੀਆਂ, ਕਈ ਸਾਰੇ ਲੋਕ ਸ਼ਾਮ ਤੋਂ ਇੰਤਜ਼ਾਰ ਕਰ ਰਹੇ ਸੀਗੇ ਔਰ ਪੁਲਿਸ ਨੇ ਆਮ ਲੋਕਾਂ ਦੇ ਲਈ ਇਹ ਰਸਤਾ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤਾ। ਕੁਝ ਲੋਕ ਇੱਥੇ ਚੱਲੇ ਵੀ, ਇੱਥੇ ਪਹੁੰਚੇ ਵੀ, ਲੇਕਿਨ ਉਹਨਾਂ ਨੂੰ ਹੁਣ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਅੱਗੇ ਜਿਸ ਤਰੀਕੇ ਦੇ ਨਾਲ ਕਾਫਲਾ ਵੱਧ ਰਿਹਾ ਵਾ ਤਾਂ ਕਈ ਸਾਰੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਨੇ, ਤਾਂ ਇਸੇ ਵਜ੍ਹਾ ਕਰਕੇ ਕੁਝ ਲੋਕਾਂ ਨੂੰ ਦਿੱਕਤਾਂ ਵੀ ਆ ਰਹੀਆਂ, ਪਰੇਸ਼ਾਨੀਆਂ ਵੀ ਆ ਰਹੀਆਂ। ਆਮ ਲੋਕ ਜਿਹੜੇ ਇਸ ਵੇਲੇ ਘਰੋਂ ਬਾਹਰ ਨਿਕਲੇ ਹੋਏ ਨੇ ਚੰਡੀਗੜ੍ਹ ਤੋਂ, ਅਗਰ ਨਿਊ ਚੰਡੀਗੜ੍ਹ ਵਾਲੇ ਪਾਸੇ ਜਾ ਰਹੇ ਨੇ ਤਾਂ ਉਹਨਾਂ ਨੂੰ ਰਸਤਾ ਇਗਨੋਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਪਾਸੇ ਬਕਾਇਦਾ ਤੌਰ ਤੇ ਕਈ ਥਾਵਾਂ ਤੇ ਬੈਰੀਅਰ ਲੱਗੇ ਹੋਏ ਨੇ ਔਰ ਇਸੇ ਵਜ੍ਹਾ ਕਰਕੇ ਆਮ ਲੋਕਾਂ ਨੂੰ ਕਈ ਸਾਰੀਆਂ ਪਰੇਸ਼ਾਨੀਆਂ ਵੀ ਆ ਰਹੀਆਂ। ਗੌਰਵ ਜੀ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਤੇ ਦੂਜੇ ਪਾਸੇ ਕਿਉਂਕਿ ਸੁਖਬੀਰ ਬਾਦਲ ਦਾ ਕਾਫਿਲਾ ਥੋੜੀ ਦੇਰ ਦੇ ਵਿੱਚ ਪਹੁੰਚੇਗਾ, ਪਰ ਜੇਕਰ ਗੱਲ ਹਰਸਿਮਰਤ ਕੌਰ ਬਾਦਲ ਦੇ ਕਾਫਿਲੇ ਦੀ ਅਸੀਂ ਕਰੀਏ ਤਾਂ ਆਲਮੋਸਟ ਬੈਰੀਕੇਡ ਦੇ ਅੱਗੇ ਪਹੁੰਚ ਚੁੱਕੇ ਨੇ। ਜਿਵੇਂ ਨੁਪਿੰਦਰ ਤਸਵੀਰਾਂ ਦਿਖਾ ਰਹੇ ਸੀ ਤਾਂ ਉਹ ਤਸਵੀਰਾਂ ਦੇ ਵਿੱਚ ਸਾਨੂੰ ਨਜ਼ਰ ਆਇਆ ਕਿ ਜ਼ੀਰਕਪੁਰ ਦਾ ਜਿਹੜਾ ਫਲਾਈਓਵਰ ਉਸ ਨੂੰ ਆਲਮੋਸਟ ਕਵਰ ਕਰ ਚੁੱਕੇ ਨੇ ਤੇ ਅੱਗੇ ਟ੍ਰੈਫਿਕ ਅੱਗੇ ਵੱਧ ਰਿਹਾ ਹੈ। ਹਾਲਾਂਕਿ ਇਹ ਟ੍ਰੈਫਿਕ ਜਾਮ ਵਰਗੀ ਸਥਿਤੀ ਵੀ ਬਣੀ ਹੋਈ ਹੈ ਤਾਂ ਕਿ ਅੱਗੇ ਜਾਣ ਦੇਣਗੇ ਜਾਂ ਨਹੀਂ ਕਿ ਉੱਤਰ ਕੇ ਗੱਲਬਾਤ ਕੀਤੀ ਜਾਂਦੀ ਹੈ। ਉੱਥੇ ਜਿਵੇਂ ਜਾਣਕਾਰੀ ਮਿਲ ਰਹੀ ਸੀ ਕਿ ਐਸਐਸਪੀ ਜਿਹੜੇ ਚੰਡੀਗੜ੍ਹ ਦੇ ਹੈਗੇ ਨੇ ਕੁਲਦੀਪ ਚਾਹਲ ਉੱਥੇ ਖੁਦ ਪਹੁੰਚੇ ਹੋਏ ਸਨ। ਮੈਂ ਰੁਕ ਕਰਾਂਗਾ ਮਨੋਜ ਰਾਠੀ ਦਾ। ਮਨੋਜ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਮਨੋਜ ਬੈਰੀਕੇਡ ਦੇ ਇਸ ਵਾਲੇ ਪਾਸੇ ਨੇ ਜਿਸ ਪਾਸੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਮਨੋਜ, ਠੀਕ ਹੋ ਜੇ ਇਸ ਸਮੇਂ ਤੁਸੀਂ ਦੇਖ ਪਾ ਰਹੇ ਹੋ ਕਿੰਨੀ ਦੂਰ ਤੁਹਾਡੇ ਤੋਂ? ਠੀਕ ਹੈ ਮਨੋਜ, ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ। ਮੈਂ ਕੋਸ਼ਿਸ਼ ਕਰਾਂਗਾ ਮਨੋਜ ਦੇ ਨਾਲ ਗੱਲਬਾਤ ਕਰਨ ਦੀ। ਮੈਂ ਇੱਕ ਵਾਰ ਫਿਰ ਤੋਂ ਨੁਪਿੰਦਰ ਦਾ ਰੁਖ ਕਰਦਾ। ਨੁਪਿੰਦਰ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਨੁਪਿੰਦਰ, ਕੀ ਕੁਝ ਇਸ ਸਮੇਂ ਤੁਸੀਂ ਦੇਖ ਪਾ ਰਹੇ ਹੋ ਬੈਰੀਕੇਡ ਤੋਂ ਕਿੰਨੀ ਦੂਰ? ਕੀ ਹਰਸਿਮਰਤ ਕੌਰ ਬਾਦਲ ਹੇਠਾਂ ਜਾ ਕੇ ਗੱਲਬਾਤ ਕਰਨਗੇ ਸਾਰੇ ਜਿਹੜੇ ਉੱਥੇ ਪੁਲਿਸ ਦੇ ਅਧਿਕਾਰੀ, ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਬੈਰੀਕੇਡ ਲਗਾ ਕੇ ਖੜੇ ਹੋਏ ਨੇ? ਨੁਪਿੰਦਰ ਬਿਲਕੁਲ ਅਕਾਲੀ ਦਲ ਦਾ ਜਿਹੜਾ ਕਾਫਲਾ ਉਹ ਪਹੁੰਚ ਚੁੱਕਿਆ, ਚੰਡੀਗੜ੍ਹ ਬੈਰੀਅਰ ਤੇ ਪਹੁੰਚ ਚੁੱਕਿਆ। ਹਰਸਿਮਰਤ ਕੌਰ ਬਾਦਲ ਦਾ ਕਾਫਲਾ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੇ ਟਰੱਕ ਤੇ ਮੌਜੂਦ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੱਗੇ ਸਾਹਮਣੇ ਚੰਡੀਗੜ੍ਹ ਦਾ ਬੋਰਡ ਆ ਉਹ ਵੀ ਨਜ਼ਰ ਆਉਣ ਲੱਗ ਗਿਆ। ਤਾਂ ਇੱਥੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਕਿ ਹੌਲੀ ਹੌਲੀ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਕਾਫਲੇ ਦੇ ਵੱਲੋਂ। ਇਹ ਕਾਫਲਾ ਹੁਣ ਬੈਰੀਕੇਡ ਤੇ ਜਾ ਕੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਕਿਸ ਤਰ੍ਹਾਂ ਦਾ ਮਾਹੌਲ ਹੋਏਗਾ, ਕੀ ਚੰਡੀਗੜ੍ਹ ਪੁਲਿਸ ਦੀ ਗੱਲ ਇਹ ਮੰਨਣਗੇ ਜਾਂ ਫਿਰ ਚੰਡੀਗੜ੍ਹ ਪੁਲਿਸ ਦੇ ਨਾਲ ਝੜਪ ਹੋਏਗੀ? ਕਿਉਂਕਿ ਅਕਾਲੀ ਦਲ ਦੇ ਜਿਹੜੇ ਯੋਗ ਪ੍ਰਧਾਨ ਨੇ ਹਰ ਪਾਸੇ ਬੰਟੀ ਰਮਣਾ ਨੇ ਸਾਫ਼ ਕਹਿ ਦਿੱਤਾ ਸੀ ਕਿ ਚਾਹੇ ਕੁਝ ਵੀ ਹੋ ਜਾਏ ਅਸੀਂ ਪਾਰ ਕਰਾਂਗੇ ਇਸ ਬੈਰੀਕੇਡ ਨੂੰ, ਪਰ ਚੰਡੀਗੜ੍ਹ ਪੁਲਿਸ ਸਾਫ਼ ਕਰ ਚੁੱਕੀ ਹੈ ਕਿ ਕੁਝ ਵੀ ਹੋ ਜਾਏ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਹਰਸਿਮਰਤ ਕੌਰ ਬਾਦਲ, ਉਹਨਾਂ ਦੇ ਨਾਲ ਬਰਿੰਦਰ ਸਿੰਘ ਭੁੰਦੜ,
ਹਰਮਨ ਸਿੰਘ ਰੱਖੜਾ, ਹਰਿੰਦਰ ਸਿੰਘ ਚੰਦੂ ਮਾਜਰਾ। ਔਰ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਨਿਊਜ਼ 18 ਤੁਸੀਂ ਦੇਖ ਪਾ ਰਹੇ ਹੋ। ਸਾਹਮਣੇ ਬੈਰੀਕੇਡ ਤੁਹਾਨੂੰ ਵੈਲਕਮ ਟੂ ਚੰਡੀਗੜ੍ਹ ਦਾ ਬੋਰਡ ਦਿਖਾ ਦਿੰਦੇ ਆ ਕਿ ਬਿਲਕੁਲ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਤੇ ਨੇ। ਵੈਲਕਮ ਟੂ ਚੰਡੀਗੜ੍ਹ ਤੁਸੀਂ ਦੇਖੋ ਕਿ ਚੰਡੀਗੜ੍ਹ ਦਾ ਬੈਰੀਕੇਡ ਆ ਜਿਹੜਾ ਉਹ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ। ਇਹ ਬੋਰਡ ਆ ਚੰਡੀਗੜ੍ਹ ਦਾ। ਔਰ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਚੰਡੀਗੜ੍ਹ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਕਰਨੇ ਇੱਕੋ ਨਾਰਾ ਕਿਸਾਨ ਪਿਆਰਾ। ਔਰ ਅਕਾਲੀ ਦਲ ਹੁਣ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੇ ਪਹੁੰਚ ਚੁੱਕਿਆ। ਪਰ ਕੀ ਚੰਡੀਗੜ੍ਹ ਪੁਲਿਸ ਇਸ ਬੈਰੀਕੇਡ ਨੂੰ ਪਾਰ ਕਰਨ ਦੇਵੇਗੀ? ਐਨਕੇ ਸ਼ਰਮਾ ਇੱਥੇ ਪਹਿਲਾਂ ਹੀ ਮੌਜੂਦ ਨੇ। ਐਨਕੇ ਸ਼ਰਮਾ ਅਗਵਾਈ ਕਰ ਰਹੇ ਨੇ ਇੱਥੇ ਬੈਰੀਕੇਡ ਦੀ। ਸ਼ਰਮਾ ਜੀ, ਚੰਡੀਗੜ੍ਹ ਪੁਲਿਸ ਨਾਲ ਤੁਹਾਡੀ ਗੱਲਬਾਤ ਹੋਈ ਹੈ, ਕੀ ਅੱਗੇ ਜਾਣ ਦਿੱਤਾ ਜਾਵੇਗਾ? ਬਿਲਕੁਲ ਪੰਜਾਬ ਦੇ ਯੋਧੇ ਜਿਹੜੇ ਆ ਸਿਰੇ ਜਾਣਗੇ ਜੀ। ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇ ਕੇ ਕਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਚੰਡੀਗੜ੍ਹ ਪੁਲਿਸ ਕਹਿੰਦੀ ਕਿ ਇੱਕ ਵਫਦ ਤੁਸੀਂ ਅੱਗੇ ਭੇਜ ਦਿਓ, ਪਰ ਯੂਥ ਪ੍ਰਧਾਨ ਸਾਹਿਬ ਬਾਦਲ ਬਾਦਲ ਨੇ ਉਹ ਕਹਿੰਦੇ ਨੇ ਕਿ ਅਸੀਂ ਸਾਰੇ ਨੇ ਅੱਗੇ ਜਾਣਾ। ਬਿਲਕੁਲ ਸਾਰੇ ਜਾਵਾਂਗੇ ਸਿਰੇ ਜਾਵਾਂਗੇ ਤਾਂ ਬੈਰੀਕੇਡ ਸਾਰੇ ਦੇ ਕੇ ਆਵਾਂਗੇ। ਚੰਡੀਗੜ੍ਹ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਸਾਹਮਣੇ ਬੈਰੀਕੇਡ ਤਾਂ ਕਹਿੰਦੇ ਨੇ ਜੀ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਅਕਾਲੀ ਦਲ ਦੇ ਯੋਧੇ ਅੱਗੇ ਨਹੀਂ ਖੜ ਰਹੇ। ਇਸ ਤਰ੍ਹਾਂ ਦੇ ਹਾਲਾਤ ਨੇ। ਤਾਂ ਤੁਹਾਡੇ ਸਾਹਮਣੇ ਮਿੱਟੂ ਕਿਹੜਾ ਮਿੱਟੂ ਖੜਾ ਸਾਹਿਬ, ਤੁਸੀਂ ਪਹਿਲਾਂ ਹੀ ਉੱਥੇ ਮੌਜੂਦ ਸੀ। ਚੰਡੀਗੜ੍ਹ ਪੁਲਿਸ ਦੇ ਤੇਵਰ ਕੀ ਕਹਿੰਦੇ ਨੇ, ਅੱਗੇ ਜਾਣ ਦੇਣਗੇ? ਦੇਖੋ, ਇਹ ਚੰਡੀਗੜ੍ਹ ਪੁਲਿਸ ਦੇ ਜਿਹੜੇ ਤੇਵਰ ਹੈ ਇਹ ਕੇਂਦਰ ਸਰਕਾਰ ਦੀਆਂ ਨੀਤੀਆਂ ਔਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਦੀ ਨੀਤੀ ਲੋਕ ਮਾਰੂ ਨੀਤੀ ਹੈ, ਲੋਕਤੰਤਰ ਦਾ ਕਤਲ ਹੈ। ਦੇਖੋ ਕਿੱਡੀ ਮੰਦਭਾਗੀ ਗੱਲ ਹੈ ਕਿ ਅਸੀਂ ਆਪਦੀ ਰਾਜਧਾਨੀ ਜਾ ਕੇ ਆਪਦੇ ਗਵਰਨਰ ਨੂੰ ਨਹੀਂ ਮਿਲ ਸਕਦੇ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ? ਵਾਟਰ ਕੈਨਨ ਦੀ ਆਵਾਜ਼ ਇੱਥੇ ਆਉਣ ਲੱਗੀ ਹੈ ਜੀ। ਵਾਟਰ ਕੈਨਨ ਦੀ ਮੈਨੂੰ ਲੱਗਦਾ ਮੋਟਰ ਚਾਲੂ ਕਰਤੀ ਹੈ। ਕੋਈ ਗੱਲ ਨਹੀਂ, ਜਿਹੜੀ ਮਰਜ਼ੀ ਚਲਾ ਲੈਣ, ਗੋਲੀਆਂ ਚਲਾ ਲੈਣ, ਵਾਟਰ ਕੈਨਨ ਚਲਾ ਲੈਣ, ਜੋ ਮਰਜ਼ੀ ਕਰ ਲੈਣ, ਉਹ ਇਹਨਾਂ ਦੀ ਮਰਜ਼ੀ ਹੈ। ਪਰ ਅਸੀਂ ਤਾਂ ਸੰਘਰਸ਼ ਇੱਕ ਕਿਸੇ ਅੰਜਾਮ ਤੱਕ ਲਿਜਾ ਕੇ ਹਟਾਂਗੇ। ਤਾਂ ਸੰਘਰਸ਼ ਕਹਿੰਦੇ ਨੇ ਕਿ ਕਿਸੇ ਅੰਜਾਮ ਤੱਕ ਲਿਜਾ ਕੇ ਹਟਾਂਗੇ, ਚਾਹੇ ਕੁਝ ਵੀ ਹੋ ਜਾਏ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਹਰਸਿਮਰਤ ਕੌਰ ਬਾਦਲ ਦਾ ਕਾਫਲਾ ਜਿਹੜਾ ਹੈਗਾ ਉਹ ਇੱਥੇ ਪਹੁੰਚ ਚੁੱਕਿਆ ਬੈਰੀਕੇਡ ਤੇ। ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਥੋੜੀ ਦੇਰ ਤੱਕ ਇਸ ਬੈਰੀਕੇਡ ਤੇ ਹਰਸਿਮਰਤ ਕੌਰ ਬਾਦਲ ਅੱਗੇ ਆਉਣਗੇ। ਪਰ ਚੰਡੀਗੜ੍ਹ ਪੁਲਿਸ ਨੇ ਆਪਣੀ ਬੈਰੀਕੇਡਿੰਗ ਹੈ ਜਿਹੜੀ ਪਹਿਲੇ ਹੀ ਮਜ਼ਬੂਤ ਕਰ ਰੱਖੀ ਹੈ ਤਾਂ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਪਾਰ ਨਾ ਕਰ ਸਕਣ ਇਸ ਬੈਰੀਕੇਡ ਨੂੰ। ਤਾਂ ਹਰਸਿਮਰਤ ਕੌਰ ਬਾਦਲ ਹਲੇ ਵੀ ਉਸੇ ਟਰੱਕ ਤੇ ਮੌਜੂਦ ਨੇ। ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦਿਖਾ ਦਿੰਦੇ ਹਾਂ। ਹਰਸਿਮਰਤ ਕੌਰ ਬਾਦਲ ਉਸੇ ਟਰੱਕ ਤੇ ਮੌਜੂਦ ਨੇ। ਉਸ ਟਰੱਕ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਕਿ ਉਸ ਟਰੱਕ ਨੂੰ ਅੱਗੇ ਲਿਆਂਦਾ ਜਾ ਸਕੇ। ਹਰਸਿਮਰਤ ਕੌਰ ਬਾਦਲ ਚੰਡੀਗੜ੍ਹ ਪੁਲਿਸ ਦੇ ਲਾਏ ਹੋਏ ਬੈਰੀਕੇਡ ਤੱਕ ਪਹੁੰਚ ਸਕਣ। ਸਿਕੰਦਰ ਸਿੰਘ ਮਲੂਕਾ ਇੱਥੇ ਪਹੁੰਚ ਚੁੱਕੇ। ਸਿਕੰਦਰ ਸਿੰਘ ਮਲੂਕਾ ਨਾਲ ਗੱਲ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਦੀ ਅਗਵਾਈ ਹੈ, ਕਿਸ ਤਰ੍ਹਾਂ ਇਹਨਾਂ ਦੇ ਵਰਕਰਾਂ ਦਾ ਜੋਸ਼ ਹੈ। ਸਿਕੰਦਰ ਸਿੰਘ ਮਲੂਕਾ ਨਾਲ ਵੀ ਗੱਲ ਕਰਦੇ ਹਾਂ। ਪਰ ਤੁਸੀਂ ਤਸਵੀਰਾਂ ਲਗਾਤਾਰ ਦੇਖ ਪਾ ਰਹੇ ਹੋ। ਹਰਸਿਮਰਤ ਕੌਰ ਬਾਦਲ ਦਾ ਟਰੱਕ ਜਿਹੜਾ ਕਾਫਲਾ ਉਹ ਪਹੁੰਚ ਚੁੱਕਿਆ। ਸਿਕੰਦਰ ਸਿੰਘ ਮਲੂਕਾ ਇੱਥੇ ਹੋਰ ਸਾਥੀਆਂ ਦੇ ਨਾਲ ਗੱਲ ਕਰ ਰਹੇ ਨੇ। ਥੋੜੀ ਦੇਰ ਤੱਕ ਸਿਕੰਦਰ ਸਿੰਘ ਮਲੂਕਾ ਦੇ ਨਾਲ ਵੀ ਗੱਲ ਕਰਦੇ ਆ ਕਿਉਂਕਿ ਉਹ ਲਗਾਤਾਰ ਨਾਲ ਚੱਲੇ ਹੋਏ ਨੇ। ਤਲਵੰਡੀ ਸਾਬੋ ਤੋਂ ਇਸ ਕਾਫਲੇ ਦੇ ਨਾਲ ਚੱਲੇ ਹੋਏ ਨੇ। ਤਾਂ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਨੇ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਮਲੂਕਾ ਸਾਹਿਬ, ਲਗਾਤਾਰ ਤੁਹਾਡਾ ਕਾਫਲਾ ਤੇ ਸਵੇਰ ਤੋਂ ਲਗਾਤਾਰ ਨਾਲ ਹੀ ਕਾਫਲੇ ਨੇ। ਚੰਡੀਗੜ੍ਹ ਪੁਲਿਸ ਨੇ ਸਖਤ ਬੈਰੀਕੇਡ ਕੀਤੀ ਹੋਈ ਹੈ। ਲੱਗਦਾ ਕਿ ਅੱਗੇ ਜਾ ਪਾਓਗੇ? ਨਹੀਂ ਕੀਤਾ ਦੇਖੋ, ਉਹ ਆਪਦਾ ਕਰ ਰਿਹਾ, ਅਸੀਂ ਆਪਦਾ ਕਰ ਰਹੇ ਹਾਂ। ਰੇਲ ਰੋਕੋ ਵੀ ਚੱਲ ਰਿਹਾ, ਇਹ ਵੀ ਚੱਲ ਰਿਹਾ। ਦੋਨੇ ਪ੍ਰੋਗਰਾਮ ਅੱਡੋ ਅੱਡੀ ਚੱਲਦੇ ਆ। ਦੇਖੋ, ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹਿਤੀ ਨਾ ਵੀ ਅਸੀਂ ਇਕੱਲੇ ਕਰਾਂਗੇ, ਕਿਸੇ ਸਿਆਸੀ ਪਾਰਟੀ ਨੂੰ ਨਾਲ ਨਹੀਂ ਰਲਾਉਣਾ। ਫਿਰ ਸਾਨੂੰ ਪ੍ਰੋਗਰਾਮ ਅਕਾਲੀ ਦਲ ਕਿਸਾਨਾਂ ਦੀ ਜਮਾਤ ਹੈ, ਇਹ ਚੁੱਪ ਕਰਕੇ ਤਾਂ ਬਹਿ ਨਹੀਂ ਸਕਦਾ। ਸੋ ਅੱਜ ਤੁਸੀਂ ਵੇਖ ਲਿਆ ਵੀ ਸਾਰੇ ਪੰਜਾਬ ਦੇ ਵਿੱਚੋਂ ਕਦੇ ਨਹੀਂ ਹੋਇਆ ਹੋਣਾ ਹੈ ਕਿ 3 ਥਾਵਾਂ ਤੋਂ ਮਾਰਚ ਚੱਲੇ ਹੋਣ। ਤਿੰਨਾਂ ਦੇ ਵਿੱਚ ਹੀ ਲੋਕਾਂ ਦਾ ਹਜੂਮ ਠਾਠਾ ਮਾਰਦਾ ਜੁੜਿਆ ਹੋਵੇ। ਇਹ ਕਦੇ ਨਹੀਂ ਹੋਇਆ ਕਿ ਬੈਰੀਕੇਡ ਪਾਰ ਕਰ ਸਕੋਗੇ। ਚੰਡੀਗੜ੍ਹ ਪੁਲਿਸ ਨੇ ਸਾਡੇ ਵਾਸਤੇ ਬੈਰੀਕੇਡ ਕੋਈ ਚੀਜ਼ ਨਹੀਂ, ਪਰ ਅਸੀਂ ਇਹ ਥੋੜਾ ਵੀ ਲੋਕਾਂ ਦਾ ਨੁਕਸਾਨ ਕਰਾਈਏ ਜਾਂ ਪੁਲਿਸ ਨਾਲ ਲੜੀਏ। ਲੜਾਈ ਸਾਡੀ ਦਿੱਲੀ ਗਵਰਨਮੈਂਟ ਨਾਲ, ਉਹ ਲੜਾਈ ਅਸੀਂ ਲੜਾਂਗੇ। ਅਸੀਂ ਗਵਰਨਰ ਨੂੰ ਜਾਣਾ ਹੈ, ਅਸੀਂ ਜਾਵਾਂਗੇ। ਜਿਵੇਂ ਮਰਜ਼ੀ ਜਾ ਕੇ ਜਾਵਾਂਗੇ ਗਵਰਨਰ। ਇੱਕ ਵਫਦ ਕਹਿੰਦੇ ਨੇ ਕਿ ਤੁਸੀਂ ਵਫਦ ਤੈਅ ਕੀਤਾ ਕਿ ਕਿਹੜੇ ਕਿਹੜੇ ਲੋਕਾਂ ਦਾ ਵਫਦ ਜਾਏਗਾ? ਉਹ ਵਫਦ ਤੈਅ ਕੀਤਾ ਹੋਇਆ ਹੈ, ਉਹ ਜਾਊਗਾ ਬੈਰੀਕੇਡ। ਜਾਣਗੇ ਬੰਦੇ ਜਿੰਨੇ ਜਾਣੇ ਹੋਏ ਜਾਣਗੇ। ਤਾਂ ਕਹਿੰਦੇ ਨੇ ਕਿ ਕੋਸ਼ਿਸ਼ ਇਹ ਹੈ ਕਿ ਅੱਗੇ ਜਾਣਗੇ। ਇੱਕ ਵਫਦ ਵੀ ਪਹਿਲਾਂ ਤੋਂ ਤੈਅ ਕੀਤਾ ਗਿਆ ਕਿ ਇੱਕ ਵਫਦ ਜਿਹੜਾ ਹੈਗਾ ਗਵਰਨਰ ਪੰਜਾਬ ਨੂੰ ਮੈਮੋਰੈਂਡਮ ਦੇਣ ਲਈ ਜਾਏਗਾ। ਤਾਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਬੈਰੀਅਰ ਤੋਂ ਦਿਖਾ ਰਹੇ ਹਾਂ, ਚੰਡੀਗੜ੍ਹ ਬਾਰਡਰ ਤੋਂ ਦਿਖਾ ਰਹੇ ਹਾਂ। ਪਿੱਛੇ ਹਰਸਿਮਰਤ ਕੌਰ ਬਾਦਲ ਦੀਆਂ ਤਸਵੀਰਾਂ ਤੁਸੀਂ ਦੇਖੋ। ਉਹਨਾਂ ਦਾ ਜਿਹੜਾ ਟਰੱਕ ਹੈ ਹੌਲੀ ਹੌਲੀ ਕਰਕੇ ਅੱਗੇ ਨੂੰ ਵੱਧ ਰਿਹਾ ਕਿਉਂਕਿ ਅੱਗੇ ਚੰਡੀਗੜ੍ਹ ਪੁਲਿਸ ਦਾ ਬੈਰੀਕੇਡ ਹੈ। ਬਿਲਕੁਲ ਬੈਰੀਕੇਡ ਦੇ
50 ਮੀਟਰ ਦੀ ਦੂਰੀ ਤੇ ਕਹਿ ਸਕਦੇ ਆ ਕਿ ਇਸ ਵੇਲੇ ਹਰਸਿਮਰਤ ਕੌਰ ਬਾਦਲ ਦਾ ਕਾਫਲਾ ਤੁਹਾਨੂੰ ਹਰਸਿਮਰਤ ਕੌਰ ਬਾਦਲ ਦੇ ਟਰੱਕ ਦੇ ਸਾਹਮਣੇ ਦੀਆਂ ਤਸਵੀਰਾਂ ਦਿਖਾ ਦਈਏ, ਚੰਡੀਗੜ੍ਹ ਪੁਲਿਸ ਦਾ ਬੈਰੀਅਰ ਦਿਖਾ ਦਈਏ ਕਿ ਬਿਲਕੁਲ ਸਾਹਮਣੇ ਬੈਰੀਕੇਡ ਤੇ ਪਹੁੰਚ ਚੁੱਕੇ ਨੇ। ਤਾਂ ਤੁਹਾਨੂੰ ਸਾਹਮਣੇ ਤਸਵੀਰਾਂ ਦਿਖਾ ਦਿੰਦੇ ਮੇਰੇ ਬਿਲਕੁਲ ਸਾਹਮਣੇ, ਯਾਨੀ ਹਰਸਿਮਰਤ ਕੌਰ ਬਾਦਲ ਦੇ ਟਰੱਕ ਦੇ ਬਿਲਕੁਲ ਸਾਹਮਣੇ ਇਸ ਵੇਲੇ ਤਸਵੀਰਾਂ ਨੇ। ਤੁਸੀਂ ਦੇਖੋ ਕਿ ਇਹ ਚੰਡੀਗੜ੍ਹ ਪੁਲਿਸ ਦੀ ਬੈਰੀਕੇਡਿੰਗ ਹੈ ਜਿਹੜੀ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ। ਤਸਵੀਰਾਂ ਬੈਰੀਕੇਡ ਦੀਆਂ ਦਿਖਾਓ ਸੁਖਜਿੰਦਰ ਕਿ ਸਾਹਮਣੇ ਬੜੀ ਸਖਤ ਘੇਰਾਬੰਦੀ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਨੇ ਕੀਤੀ ਹੋਈ ਹੈ, ਚੰਡੀਗੜ੍ਹ ਪੁਲਿਸ ਨੇ, ਤਾਂ ਕਿ ਅੱਗੇ ਨਾ ਜਾ ਸਕਣ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਚਾਹੇ ਉਹਨਾਂ ਦੇ ਲੀਡਰ ਨੇ। ਇਸ ਰੈਲੀ ਨੂੰ, ਇਸ ਕਾਫਲੇ ਨੂੰ ਰੋਕਣ ਦੇ ਲਈ ਸਖਤ ਘੇਰਾਬੰਦੀ ਚੰਡੀਗੜ੍ਹ ਪੁਲਿਸ ਦੀ। ਤਾਂ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਔਰ ਬਿਲਕੁਲ ਇਸ ਬੈਰੀਕੇਡ ਤੇ ਪਹੁੰਚ ਚੁੱਕਿਆ ਹਰਸਿਮਰਤ ਕੌਰ ਬਾਦਲ ਦਾ ਕਾਫਲਾ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਵੈਲਕਮ ਟੂ ਚੰਡੀਗੜ੍ਹ ਦਾ ਬੋਰਡ ਬੇਸ਼ੱਕ ਲੱਗਿਆ ਪਰ ਅਕਾਲੀ ਦਲ ਦੇ ਲਈ ਨਹੀਂ ਹੈ ਇਹ ਵੈਲਕਮ ਦਾ ਬੋਰਡ। ਵੈਲਕਮ ਟੂ ਚੰਡੀਗੜ੍ਹ ਜ਼ਰੂਰ ਹੈ ਪਰ ਅਕਾਲੀ ਦਲ ਨੂੰ ਇੱਥੇ ਰੁਕਣਾ ਹੋਵੇਗਾ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਹਰਸਿਮਰਤ ਕੌਰ ਬਾਦਲ ਦਾ ਕਾਫਲਾ ਜਿਹੜਾ ਹੈਗਾ ਉਹ ਬਿਲਕੁਲ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬਿਲਕੁਲ ਕੈਮਰੇ ਦੀ ਨਜ਼ਰ ਨਾਲ ਤੁਸੀਂ ਦੇਖੋ ਕਿ ਹਰਸਿਮਰਤ ਕੌਰ ਬਾਦਲ ਹਲੇ ਉਸੇ ਟਰੱਕ ਦੇ ਸਵਾਰ ਨੇ। ਉਹਨਾਂ ਦੇ ਜਿਹੜੇ ਸਾਥੀ, ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਸਾਰੀ ਮੌਜੂਦ ਹੈ ਟਰੱਕ ਦੇ ਉੱਪਰ। ਲਾਈਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਚੰਡੀਗੜ੍ਹ ਬੈਰੀਅਰ ਤੋਂ। ਚੰਡੀਗੜ੍ਹ ਬੈਰੀਅਰ ਤੇ ਤਸਵੀਰਾਂ ਨੇ। ਬਲਵਿੰਦਰ ਸਿੰਘ ਭੁੰਦੜ ਇਸ ਵੇਲੇ ਬੋਲ ਰਹੇ ਨੇ। ਬਲਵਿੰਦਰ ਸਿੰਘ ਭੁੰਦੜ ਕੀ ਬੋਲ ਰਹੇ ਨੇ ਤੁਹਾਨੂੰ ਸੁਣਾਉਣੇ ਆ। ਸਾਡੀ ਬੇਨਤੀ ਹੈ ਕਿਸੇ ਪ੍ਰਕਾਰ 'ਚ ਨਹੀਂ ਆਉਣਾ, ਅਸੀਂ ਅੱਗੇ ਲੱਗਾਂਗੇ। ਬੈਰੀਅਰ ਤੋਂ ਅੱਗੇ ਟੱਪਦੇ ਆ ਨਾ, ਬੈਰੀਅਰ ਖੋਲਣਗੇ ਜ਼ਿਆਦਤੀ ਕਰਨਗੇ ਤਾਂ ਉੱਥੇ ਹੀ ਧਰਨਾ ਲਾ ਕੇ ਆਪਾਂ ਬੈਠਾਂਗੇ। ਮੇਰੀ ਬੇਨਤੀ ਨੂੰ ਪੂਰੀ ਸੁਣ ਲਓ। ਹੁਣ ਅਸੀਂ ਉਤਰਦੇ ਆ ਤੇ ਅੱਗੇ ਤੁਰਦੇ ਆ, ਤੁਸੀਂ ਥਾਂ ਥਾਂ ਹੀ ਖੜ ਜਾਓ, ਸਾਨੂੰ ਰਸਤਾ ਦੇ ਦਿਓ, ਅਸੀਂ ਅੱਗੇ ਲੱਗਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਬਲਵਿੰਦਰ ਸਿੰਘ ਭੁੰਦੜ ਨੇ ਐਲਾਨ ਕੀਤਾ ਹੈ ਕਿ ਅਸੀਂ ਹੁਣ ਟਰੱਕ ਤੋਂ ਹੇਠਾਂ ਆਵਾਂਗੇ ਪਰ ਕਹਿੰਦੇ ਨੇ ਕਿ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ। ਜੇ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਇੱਥੇ ਧਰਨਾ ਲਾਇਆ ਜਾਵੇਗਾ। ਯਾਨੀ ਸ਼ਾਇਦ ਇਸ ਵਾਰ ਧੱਕੇਸ਼ਾਹੀ ਜਾਂ ਜ਼ਬਰਦਸਤੀ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਹੋਵੇਗੀ, ਧਰਨਾ ਲਾ ਦੇਵੇਗਾ ਅਕਾਲੀ ਦਲ। ਇਸ ਬੈਰੀਕੇਡ ਦੇ ਅੱਗੇ ਅਕਾਲੀ ਦਲ ਦਾ ਧਰਨਾ ਲੱਗੇਗਾ। ਇਸ ਤਰ੍ਹਾਂ ਦਾ ਐਲਾਨ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਕੀਤਾ ਕਿ ਪਹਿਲੀ ਕੋਸ਼ਿਸ਼ ਸਾਡੀ ਹੈ ਕਿ ਅਸੀਂ ਬੈਰੀਕੇਡ ਪਾਰ ਕਰ ਜਾਈਏ ਪਰ ਜੇ ਇਹਨਾਂ ਨੂੰ ਰੋਕਿਆ ਜਾਵੇਗਾ ਤਾਂ ਇਸ ਬੈਰੀਕੇਡ ਦੇ ਸਾਹਮਣੇ ਧਰਨਾ ਲਾ ਦੇਣਗੇ। ਮਿੱਠੂ ਖੇੜਾ ਸਾਹਿਬ ਕਹਿੰਦੇ ਧਰਨਾ ਹੁਣ ਲੱਗ ਜਾਏਗਾ ਇੱਥੇ ਜੇ ਅੱਗੇ ਨਾ ਜਾਣ ਦਿੱਤਾ ਜਾਵੇ। ਦੇਖੋ ਅਸੀਂ ਇਹ ਤੋਂ ਪਹਿਲਾਂ ਦੇ ਆਏ ਹੋਏ ਆ ਤਾਂ ਅਸੀਂ ਆ ਕੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਸਾਡਾ ਇੱਕ ਅਧਿਕਾਰ ਹੈ, ਸਾਡਾ ਅਧਿਕਾਰ ਹੈ ਕਿ ਅਸੀਂ ਅੱਗੇ ਜਾਈਏ, ਅਸੀਂ ਗਵਰਨਰ ਨੂੰ ਮਿਲੀਏ। ਤਾਂ ਸਾਡੀ ਸਾਰੀ ਸੰਗਤ ਗਵਰਨਰ ਸਾਹਿਬ ਨੂੰ ਮਿਲਣ ਲਈ ਆਈ ਹੋਈ ਹੈ ਤਾਂ ਇਹਨਾਂ ਨੇ ਇੱਥੇ ਰੋਕਿਆ ਹੋਇਆ। ਅਸੀਂ ਉਦੋਂ ਦਾ ਧਰਨਾ ਲਾਇਆ ਹੋਇਆ, ਟ੍ਰੈਫਿਕ ਜਾਮ ਹੈ ਔਰ ਹੁਣ ਫਿਰ ਲੀਡਰਸ਼ਿਪ ਆਈ ਹੈ। ਅਗਲਾ ਪ੍ਰੋਗਰਾਮ ਧਰਨਾ ਲਾਵਾਂਗੇ। ਜੋ ਅੱਗੇ ਪ੍ਰੋਗਰਾਮ ਮਿਲੇਗਾ ਜਾਂ ਸਾਨੂੰ ਗ੍ਰਿਫਤਾਰ ਕਰੋ ਜਾਂ ਸਾਨੂੰ ਜਾਣ ਦਿਓ। ਹਰਸਿਮਰਤ ਕੌਰ ਬਾਦਲ ਬੋਲ ਰਹੇ ਨੇ। ਹਰਸਿਮਰਤ ਕੌਰ ਬਾਦਲ ਕੀ ਬੋਲਦੇ ਨੇ ਤੁਹਾਨੂੰ ਸੁਣਾਉਣੇ। ਕੋਟ ਧੰਨਵਾਦ ਸਮੂਹ ਵੋਕਰ ਸਾਹਿਬਾਨ ਦਾ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਹੋਮ ਹਮਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਇੱਥੇ ਪਹੁੰਚੇ ਹੋ। ਤੁਹਾਡੇ ਇੱਕ ਇੱਕ ਦਾ ਇੱਥੇ ਪਹੁੰਚਣਾ ਮੈਂ ਤੁਹਾਡੇ ਚਰਨਾਂ 'ਚ ਨਮਨ ਕਰਦੀ ਹਾਂ। ਇਹ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਅਸੀਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਨਿਕਲ ਕੇ ਇਸ ਕਾਲੇ ਕਾਨੂੰਨ ਦੇ ਖਿਲਾਫ ਆਪਣਾ ਰੋਸ ਜਤਾਇਆ ਹੈ। ਗਵਰਨਰ ਸਾਹਿਬ ਤਾਈਂ ਪਹੁੰਚ ਕਰਕੇ ਸ਼ਾਂਤੀਮਈ ਤਰੀਕੇ ਦੇ ਨਾਲ ਅਸੀਂ ਬੇਨਤੀ ਕਰਨੀ ਹੈ ਕੇਂਦਰ ਸਰਕਾਰ ਨੂੰ ਕਿ ਇਹ ਕਾਲੇ ਕਾਨੂੰਨ ਵਾਪਸ ਲਿੱਤੇ ਜਾਣ, ਜਿਹਦੇ ਨਾਲ ਪੰਜਾਬ ਦੀ ਕਿਸਾਨੀ, ਪੰਜਾਬ ਦੇ ਖੇਤ ਮਜ਼ਦੂਰ, ਪੰਜਾਬ ਦੇ ਆੜ੍ਹਤੀਏ, ਪੰਜਾਬ ਦਾ ਵਪਾਰ, ਦੁਕਾਨਦਾਰ ਸਾਰਿਆਂ ਦਾ ਭਵਿੱਖ ਕਾਲਾ ਹੁੰਦਾ ਹੈ। ਇਸ ਕਾਲੇ ਕਾਨੂੰਨ ਨੂੰ ਅਸੀਂ ਦੂਰ ਕਰਨਾ ਹੈਗਾ, ਇਹਨੂੰ ਹਰਾਣਾ ਹੈਗਾ, ਵਾਪਸ ਕਰਾਣਾ ਹੈਗਾ। ਜਿਹੜੇ ਕਾਲੇ ਕਾਨੂੰਨ ਨੂੰ ਦਿੱਲੀ ਨੇ ਪਾਸ ਕੀਤਾ ਉਹ ਕੈਪਟਨ ਸਾਹਿਬ ਨੇ ਸਾਲ ਪਹਿਲੇ ਉਹਨਾਂ ਵਾਸਤੇ ਰਜ਼ਾਮੰਦੀ ਦਿੱਤੀ। ਜਿਹੜਾ ਵਿਧਾਨ ਸਭਾ 'ਚ ਨਾਟਕ ਰਚਿਆ ਕਿ ਇਹਨਾਂ ਆਰਡੀਨੈਂਸ ਦੇ ਖਿਲਾਫ ਮਤਾ ਪਾਸ ਕੀਤਾ ਤੇ ਅੱਜ ਤਾਈਂ ਮਤਾ ਦਿੱਲੀ ਵਿੱਚ ਨਹੀਂ ਭੇਜਿਆ ਹੈਗਾ। ਅੱਜ ਧਰਨੇ ਇੱਥੇ ਕਰਦੇ ਨੇ ਲੇਕਿਨ ਕੋਈ ਵੀ ਇਸ ਕਾਨੂੰਨ ਨੂੰ ਰੋਕਣ ਵਾਸਤੇ ਠੋਸ ਕਦਮ ਕੈਪਟਨ ਸਾਹਿਬ ਨਹੀਂ ਉਠਾ ਰਹੇ ਨੇ। ਨਾ ਹੀ ਕਿਸੇ ਅਦਾਲਤ ਦਾ ਦਰਵਾਜ਼ਾ ਖਟਖਟਾਇਆ, ਨਾ ਹੀ ਉਹਨਾਂ ਨੇ ਮਤਾ ਵਾਪਸ ਭੇਜਿਆ ਤੇ ਧਰਨਾ ਕਰਦੇ ਨੇ। ਦਿੱਲੀ ਦਾ ਐਲਾਨ ਤਾਂ ਇੱਕ ਦਬਕਾ ਜਦ ਮਿਲਦਾ ਤਾਂ ਵਾਪਸ ਆ ਕੇ ਬਹਿ ਜਾਂਦੇ ਨੇ। ਅੱਜ ਇਹ ਦੋਨਾਂ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਜਿਹਦੇ ਕਰਕੇ ਆ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਰਸਤਾ ਤੇ ਉਤਰ ਆਏ ਨੇ ਕਿ ਇਸ ਕਾਲੇ ਕਾਨੂੰਨ ਨੂੰ ਅਸੀਂ ਵਾਪਸ ਕਰਾ ਕੇ ਰਹਾਂਗੇ। ਪੰਜਾਬ ਦੇ ਭਵਿੱਖ ਨੂੰ ਕਾਲਾ ਨਹੀਂ ਹੋਣ ਦੇਵਾਂਗੇ। ਕਿਨੇ
ਆਪਾਂ ਪਹੁੰਚੇ ਆ ਸ਼ਾਂਤਮਈ ਤਰੀਕੇ ਦੇ ਨਾਲ ਗਵਰਨਰ ਸਾਹਿਬ ਕੋਲ ਪਹੁੰਚਣ ਵਾਸਤੇ ਤੇ ਕੈਪਟਨ ਸਾਹਿਬ ਦੀ ਪੁਲਿਸ ਇੱਥੇ ਰਸਤਾ ਰੋਕੀ ਬੈਠੀ ਹੈ। ਇਹ ਕੈਪਟਨ ਸਾਹਿਬ ਦੀ ਸਰਕਾਰ ਪਿੱਛੇ ਵੀ ਰਸਤਾ ਰੋਕੀ ਬੈਠੀ ਹੈ ਤੇ ਇਹ ਸਰਕਾਰ ਕਿਸਾਨਾਂ ਦੇ ਨਾਲ ਹੈ ਕਿ ਦਿੱਲੀ ਦੇ ਨਾਲ ਹੈ ਕਿ ਸਾਨੂੰ ਸ਼ਾਂਤੀ ਨਾਲ ਅੱਗੇ ਨਹੀਂ ਜਾਣ ਦੇ ਰਹੀ ਹੈ। आज पंजाब की इस धी ने मेरे किसान वीरों की इस भैन ने वो सारी कुर्सियां नू ताकत नू शक्ति नू सरकार नू सारियां नू तुतार के ओनू मोड़ के उन्हां दे मूंह 'च इस्तीफा मार के आज श्रोमणी अकाली दल ने उस सरकार दे नाल अपने सारे नाते तोड़ते जेड़ी सरकार साडे पंजाब दे नहीं ओदे नाल श्रोमणी अकाली दल नहीं जेड़े कानून साडे पंजाब दे उल्ट असी उस सरकार दे उल्ट ਤੁਹਾਡੇ ਰਾਹੀਂ मैं अपने समूह किसान वीरों ਨੂੰ ਬੇਨਤੀ ਕਰਦੀ ਹਾਂ देश की ताकतां के खिलाफ लड़ाई लड़न वास्ते श्रोमणी अकाली दल सड़कों ते उतर आया है। आओ असीं इकट्ठे होइए आडा ढोके इन्होंने सानू सारियां नू आपस च लड़ा देना है लेकिन एक मुट्ठी की तरह जब असीं इकट्ठे हो जाएंगे फिर देश के किसानों नू इकट्ठे करके जिहड़ा अज इत्थे धरना लाया है ये दिल्ली ताईं लैके जावांगे। गुरु साहब का ओट आसरा लैके चलिया ते जिथे गुरु दे चरना च अरदास कीती देश वर बोहे एहे शुभ कर मनते कबू न डरो ना डरो और सह जब जाए लड़ो निश्चय कल अपनी जीत करो। सवा लाख से एक लड़ाओ आ मेरे पिता साडे पिता कलगीधर पातशाह ने आज सानू ये ताकत भरी है कि इस सवा लाख के नाल एक एक भी लड़न वास्ते देश के सवा लाख के नाल बराबर हैगा। ये लड़ाई ओनी देर ताई जारी रहूगी जिन्नी देर ताई असी ये काले कानून वापस नहीं करांगे जिदे करके आज हाथ बन के थोड़े सारे का शुकराना कर दिया। सवेरे 7 बजे तो लैके आज किन्ने घंटे देश के सूबे के कोने कोने तो लोगों ने बाहर निकल के देश को एक स्नेहा दिता है कि देश भर के किसान इकट्ठे हो जाओ। आज पंजाब के किसानों ने अगवाई ले ली है ते इस लड़ाई की अगवाई करके ये कानूनों को असीं वापस करावांगे अपना हक लेके रखांगे MSP नू कानूनी लाजमी बनावांगे सरकारी खरीद नू भी लाजमी बनावांगे ते ये संघर्ष उस दिन तक जारी रहेगा जदों तक सानू साडा हक नहीं मिलता। एक बार फिर इत्थे पहुंचे समूह अपने वीरां दा क्योंकि तुसीं सारे किसान हैगे तुहाडे नाल साडे खेत मजदूर जुड़े हुए ने तुहाडे विचों ही आड़तीए हन ते तुहाडी आमदन दे नाल ये दुकानां चलदियां ने व्यापारी चलदे ने। आज पंजाब चलता है तो आप सारे चलते ने ये कानून लागू होता है तो थोड़े बच्चों का भविख काला होता है। ये साडे पंजाब की लड़ाई है थोड़े बच्चों की भविख की लड़ाई है ते श्रोमणी अकाली दल इस लड़ाई च थोड़े नाल मोढे दे नाल मोढा लगा के अपना हक लेके रहूगा। चंडीगढ़ पुलिस को बेनती कर दिया मेरे वीर तुहाडे मापे भी खेती करते होणगे तुहाडे बच्चों का भी भविख की गल है। असी शांतमई तरीके दे नाल गवर्नर साहब नू सिर्फ अपना मैमोरेंडम देना चाहते हैं। तुसी इस सरकार दे माड़े मनसूबियां दा हिस्सा तुसी ना बनो शांति दे नाल सानू उत्थे जा लैंदे हो बिना कोई हिंसा कीते ना कोई धक्का मुक्की कीते आराम नाल जाके असी अपना मैमोरेंडम देना है शांतमई तरीके दे नाल
ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਬਾਦਲ ਸਾਹਿਬ ਨੇ ਸਾਰੀ ਉਮਰ ਲਾਤੀ ਤੇ ਅਕਾਲੀ ਦਲ ਨੇ ਇਸ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਹੈ, ਇਸ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਲੇਕਿਨ ਇਸ ਕਾਲੇ ਕਾਨੂੰਨ ਦੇ ਖਿਲਾਫ ਅਸੀਂ ਸੰਘਰਸ਼ ਜਾਰੀ ਰੱਖਣਾ ਹੈ। ਤੁਹਾਨੂੰ ਬੇਨਤੀ ਕਰਦਾ ਮੇਰੇ ਵੀਰ, ਇਹ ਬੈਰੀਕੇਡ ਹਟਾ ਦਿਓ, ਇਹ ਸ਼ਾਂਤਮਈ ਰੋਸ ਮਾਰਚ ਨੂੰ ਅੱਗੇ ਜਾ ਕੇ ਆਪਣਾ ਮੈਮੋਰੈਂਡਮ ਦੇ ਕੇ ਸਾਨੂੰ ਸ਼ਾਂਤੀ ਨਾਲ ਵਾਪਸ ਆ ਲੈਣ ਦਿਓ। ਇਹ ਹੱਥ ਬੰਨ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।